ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਆਪ ਸਭ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ, ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਰੇ ਵੀਰ ਭੈਣਾਂ ਮਿਲ ਕੇ ਸਾਂਝੀ ਕਰ ਰਹੇ ਹਾਂ ਔਰ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਚੋਂ ਆਨੰਦ ਜੀਵਨ ਜੁਗਤ ਸਿੱਖਣ ਦਾ ਅਸੀਂ ਯਤਨ ਕਰ ਰਹੇ ਹਾਂ। ਆਨੰਦ ਵਾਲੀ ਜ਼ਿੰਦਗੀ ਜੀਣਾ ਹਰ ਇਨਸਾਨ ਦਾ ਹੱਕ ਵੀ ਹੈ, ਹਰ ਇਨਸਾਨ ਦਾ ਫਰਜ਼ ਵੀ ਹੈ। ਸਾਡੀ ਜ਼ਿੰਦਗੀ ਦੇ ਅੰਦਰ ਆਨੰਦ ਕਿਵੇਂ ਪੈਦਾ ਹੋ ਸਕਦਾ ਹੈ? ਆਨੰਦ ਕੀ ਹੈ? ਗੁਰਦੇਵ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਰਾਹੀਂ ਸਾਨੂੰ ਸਮਝਾਇਆ ਹੈ। ਕੱਲ ਤੱਕ ਅਸੀਂ 35 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਕੱਲ ਅਸਾਂ ਵਿਚਾਰ ਕੀਤੀ ਸੀ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਕਿ ਜੇ ਸਰੀਰ ਮਿਲਿਆ ਹੈ ਤਾਂ ਇਹ ਸਰੀਰ ਰਾਹੀਂ ਸਾਨੂੰ ਐਸੇ ਕਰਮ ਕਰਨੇ ਚਾਹੀਦੇ ਹਨ ਜਿਨ੍ਹਾਂ ਕੰਮਾਂ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਵੇ, ਅਸੀਂ ਆਨੰਦਿਤ ਜੀਵਨ ਬਿਤਾਈਏ ਔਰ ਸਾਡੇ ਜੀਵਨ ਦਾ ਸੰਸਾਰ ਔਰ ਸਮਾਜ ਨੂੰ ਵੀ ਕੋਈ ਲਾਭ ਹੋ ਸਕੇ। ਜੇ ਸਰੀਰ ਨੂੰ ਪ੍ਰਾਪਤ ਕਰਕੇ ਮਨੁੱਖ ਨੇ ਆਪ ਸੁੱਖ ਨਹੀਂ ਮਾਣਿਆ, ਸੰਸਾਰ ਨੂੰ ਸੁੱਖ ਨਹੀਂ ਦਿੱਤਾ, ਤਾਂ ਫਿਰ ਇਹ ਸਰੀਰ ਦਾ ਕੋਈ ਲਾਭ ਨਹੀਂ ਹੈ। ਇਹ ਸਰੀਰ ਦੇ ਹੁੰਦਿਆਂ ਸਾਨੂੰ ਇਹ ਸਰੀਰ ਦੇ ਨਾਲ ਹੋਛੇ ਕਰਮ ਨਹੀਂ ਕਰਨੇ ਚਾਹੀਦੇ, ਸਗੋਂ ਮਹਾਨ ਕਾਰਜ ਕਰਨੇ ਚਾਹੀਦੇ ਹਨ, ਕਿਉਂਕਿ ਇਹ ਸਰੀਰ ਦੇ ਅੰਦਰ ਰੱਬੀ ਜੋਤ ਮੌਜੂਦ ਹੈ। ਇਸ ਸਰੀਰ ਦੇ ਅੰਦਰ ਆਪ ਪ੍ਰਭੂ ਬੈਠਾ ਹੈ। ਇਹ ਸਰੀਰ ਮਾਨੋ ਰੱਬ ਦਾ ਘਰ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਸਭ ਮੈਂ ਜੋਤ ਜੋਤ ਹੈ ਸੋਏ। ਇਸ ਲਈ ਇਹ ਸਰੀਰ ਰਾਹੀਂ ਸਾਨੂੰ ਐਸੇ ਕਰਮ ਕਰਨੇ ਚਾਹੀਦੇ ਹਨ। ਉਸ ਮਨੁੱਖ ਦਾ ਜੀਵਨ ਹੀ ਸੰਸਾਰ ਦੇ ਅੰਦਰ ਪ੍ਰਵਾਨ ਹੈ, ਉਹਦਾ ਆਉਣਾ ਸਫਲਾ ਹੈ ਜਿਸ ਮਨੁੱਖ ਨੇ ਇਸ ਸੰਸਾਰ ਵਿੱਚ ਆਣ ਕੇ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਨਿਭਾਇਆ, ਜੋ ਰੱਬੀ ਰਜ਼ਾ ਪਾਣੇ ਵਿੱਚ ਤੁਰਿਆ, ਜੋ ਰੱਬੀ ਗੁਣਾਂ ਦਾ ਧਾਰਨੀ ਹੋਇਆ ਹੈ ਔਰ ਜਿਸ ਨੇ ਸਮਾਜ ਭਲਾਈ ਵਾਸਤੇ ਕੁਝ ਕਾਰਜ ਕੀਤੇ ਹਨ, ਉਹਦਾ ਇੱਥੇ ਆਉਣਾ ਸੰਸਾਰ ਵਿੱਚ ਪ੍ਰਵਾਨ ਹੈ। ਔਰ ਪ੍ਰਵਾਨ ਉਹਦਾ ਹੈ ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਨਨੇ ਆਪਣਾ ਚਿੱਤ ਗੁਰੂ ਦੀ ਪਾਵਨ ਬਾਣੀ ਨਾਲ ਲਾਇਆ, ਜਿਨਨੇ ਆਪਣੇ ਚਿੱਤ ਵਿੱਚ ਗੁਰੂ ਦੇ ਸਿਧਾਂਤ ਵਸਾਏ ਨੇ, ਗੁਰੂ ਦੀ ਫਿਲਾਸਫੀ ਵਸਾਈ ਹੈ, ਯਾਨੀ ਜਿਨਨੇ ਗੁਰੂ ਪਾਤਸ਼ਾਹ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾਇਆ ਹੈ, ਗਿਆਨ ਗੁਰੂ ਦੀ ਅਗਵਾਈ ਦੇ ਅੰਦਰ ਜਿਸਨੇ ਜੀਵਨ ਬਤੀਤ ਕੀਤਾ ਹੈ, ਉਹਦਾ ਇਹ ਸਰੀਰ ਸਫਲਾ ਹੈ, ਉਹਦਾ ਇਹ ਜੀਵਨ ਸਫਲਾ ਹੈ। ਤਾਂ ਇਸ ਜੀਵਨ ਨੂੰ ਕੋਈ ਵੀ ਮਨੁੱਖ ਇਸਤਰੀ ਪੁਰਸ਼ ਸਫਲ ਕਰ ਸਕਦਾ ਹੈ, ਜਿਹੜਾ ਵੀ ਗੁਰੂ ਦੇ ਨਾਲ ਚਿੱਤ ਲਾਏਗਾ, ਜੋ ਵੀ ਗੁਰਬਾਣੀ ਅਨੁਸਾਰ ਸੋਚੇਗਾ, ਗੁਰਬਾਣੀ ਅਨੁਸਾਰ ਜੀਵਨ ਬਿਤਾਏਗਾ, ਸੱਚ ਅਨੁਸਾਰ ਜ਼ਿੰਦਗੀ ਜੀਵੇਗਾ, ਉਸੇ ਮਨੁੱਖ ਦਾ ਸਰੀਰ ਪ੍ਰਵਾਨ ਹੋ ਜਾਏਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਸ ਸੰਸਾਰ ਵਿੱਚ ਆਉਣਾ ਸਫਲਾ ਹੋਵੇ, ਸਾਡੇ ਜੀਵਨ ਵਿੱਚ ਆਨੰਦ ਬਣੇ, ਅਸੀਂ ਆਨੰਦਮਈ ਜ਼ਿੰਦਗੀ ਜੀ ਸਕੀਏ, ਅਸੀਂ ਆਪਣੇ ਪਰਿਵਾਰ, ਸਮਾਜ ਔਰ ਸੰਸਾਰ ਨੂੰ ਸਵਰਗ ਬਣਾ ਸਕੀਏ, ਤਾਂ ਸਾਨੂੰ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹਨੀ ਚਾਹੀਦੀ ਹੈ ਭਾਈ। ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ ਔਰ ਗੁਰਬਾਣੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਕੇ ਸਾਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਆਓ ਅਸੀਂ 36ਵੀਂ ਪੌੜੀ ਦੀ ਵਿਚਾਰ ਆਰੰਭ ਕਰਦੇ ਹਾਂ। ਗੁਰਦੇਵ ਇਸ ਪਾਵਨ ਪੌੜੀ ਵਿੱਚ ਬਚਨ ਕਰਦੇ ਹਨ, ਇਹ ਨੇਤਰ ਹੋ ਮੇਰ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਆਪਣੀਆਂ ਅੱਖਾਂ ਨੂੰ ਮੁਖਾਤਬ ਹੋਣਾ ਹੈ। ਗੁਰੂ ਜੀ ਕਹਿੰਦੇ ਹਨ ਕਿ ਇਹ ਮੇਰੀ ਉਹ ਅੱਖੀਓ, ਪ੍ਰਭੂ ਨੇ ਤੁਹਾਡੇ ਅੰਦਰ ਆਪਣੀ ਜੋਤ ਟਿਕਾਈ ਹੈ, ਇਹਦੇ ਅੰਦਰ ਸੱਤਿਆ ਰੱਖੀ ਹੈ, ਤਾਂ ਤੁਸੀਂ ਵੇਖਣ ਜੋਗੀਆਂ ਹੋਈਆਂ। ਜੇ ਨਾ ਅੱਖਾਂ ਵਿੱਚ ਜੋਤ ਨਾ ਹੁੰਦੀ, ਵੇਖਣ ਦੀ ਸੱਤਿਆ ਨਾ ਹੁੰਦੀ, ਤਾਂ ਅਸੀਂ ਵੇਖ ਨਹੀਂ ਸੀ ਨਾ ਪਾਣਾ। ਇਸ ਲਈ ਗੁਰੂ ਜੀ ਕਹਿੰਦੇ ਹਨ, ਹਰ ਬਿਨ ਅਵਰ ਨਾ ਦੇਖੋ ਕੋਈ। ਜਿੱਧਰ ਵੀ ਵੇਖੋ ਰੱਬ ਨੂੰ ਵੇਖੋ, ਰੱਬ ਦੇ ਸਿਸਟਮ ਮੁਤਾਬਕ ਵੇਖੋ, ਤਾਂ ਇਹ ਅੱਖਾਂ ਸਫਲ ਨੇ। ਦੇਖੋ ਹੁਣ ਅੱਖਾਂ ਦਾ
ਸਾਡੀ ਖੁਸ਼ੀ ਦੇ ਨਾਲ ਔਰ ਆਨੰਦਮਈ ਜੀਵਨ ਦੇ ਨਾਲ ਬਹੁਤ ਵੱਡਾ ਸੰਬੰਧ ਹੈ। ਸਾਡੇ ਸੁੱਖ ਦੁੱਖ ਨਾਲ ਬਹੁਤ ਵੱਡਾ ਸੰਬੰਧ ਹੈ। ਇਹਨਾਂ ਅੱਖਾਂ ਨੇ ਸਿਰਫ ਵੇਖਣ ਦਾ ਕੰਮ ਕਰਨਾ ਹੈ। ਇਹਨਾਂ ਅੱਖਾਂ ਨੇ ਸਿਰਫ ਵੇਖਣਾ ਹੈ, ਦ੍ਰਿਸ਼ ਵਿਖਾਣੇ ਨੇ। ਹੁਣ ਅਸੀਂ ਕਿਸ ਐਂਗਲ ਤੋਂ ਵੇਖਦੇ ਹਾਂ, ਸਾਡੇ ਵੇਖਣ ਦਾ ਮਕਸਦ ਕੀ ਹੈ? ਖੁਸ਼ੀ, ਚਿੰਤਾ ਜਾਂ ਗਮੀ ਜਾਂ ਦੁੱਖ, ਉਹਨਾਂ ਵੇਖਣ ਦੇ ਢੰਗ ਦੇ ਵਿੱਚੋਂ ਪੈਦਾ ਹੋਣਾ ਹੈ ਕਿ ਅਸੀਂ ਇਸ ਦੁਨੀਆ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਇੱਕ ਨਜ਼ਰੀਆ ਤਾਂ ਇਹ ਹੈ ਕਿ ਮੈਂ ਤੁਹਾਨੂੰ ਆਪਣੇ ਔਰ ਪਰਾਏ ਨਜ਼ਰੀਏ ਦੇ ਨਾਲ ਦੇਖਦਾ ਹਾਂ। ਇਹ ਮੇਰਾ ਆਪਣਾ ਹੈ, ਇਹ ਮੇਰਾ ਪਰਾਇਆ ਹੈ। ਜਦੋਂ ਮੈਂ ਇਸ ਨਜ਼ਰੀਏ ਦੇ ਨਾਲ ਦੇਖਾਂਗਾ ਤਾਂ ਮੇਰੇ ਅੰਦਰ ਇੱਕ ਸੁਰਤਾ ਪੈਦਾ ਨਹੀਂ ਹੋਵੇਗੀ, ਮਿੱਤਰਤਾ ਔਰ ਵੈਰ ਭਾਵ ਪੈਦਾ ਹੋਏਗਾ ਹੀ ਹੋਏਗਾ, ਵਿਰੋਧਤਾ ਪੈਦਾ ਹੋਏਗੀ। ਮੇਰੇ ਮਿਲਵਰਤਨ ਦੇ ਵਿੱਚ ਫਰਕ ਪਵੇਗਾ, ਕਿਉਂਕਿ ਮੈਂ ਇੱਕ ਨੂੰ ਆਪਣੇ ਰੂਪ ਵਿੱਚ ਵੇਖ ਰਿਹਾ, ਇੱਕ ਨੂੰ ਮੈਂ ਬੇਗਾਨੇ ਰੂਪ ਦੇ ਨਾਲ ਦੇਖ ਰਿਹਾ। ਤੇ ਜੇ ਮੈਂ ਸਾਰਿਆਂ ਦੇ ਅੰਦਰ ਰੱਬੀ ਜੋਤ ਨੂੰ ਵੇਖਾਂਗਾ, ਇੱਕੋ ਨਜ਼ਰੀਏ ਦੇ ਨਾਲ ਤੱਕਾਂਗਾ, ਤਾਂ ਮੇਰਾ ਜੀਵਨ ਬਦਲੇਗਾ। ਫਾਰ ਐਗਜ਼ਾਮਪਲ, ਮੇਰੀ ਬੇਟੀ, ਮੇਰੀ ਆਪਣੀ ਭੈਣ ਸਾਹਮਣੇ ਆਉਂਦੀ ਹੈ ਤਾਂ ਮੈਂ ਆਪਣੀ ਬੇਟੀ ਨੂੰ, ਆਪਣੀ ਭੈਣ ਨੂੰ ਦੇਖਦਾ ਹਾਂ, ਲੇਕਿਨ ਨਜ਼ਰੀਆ ਮੇਰਾ ਕੀ ਹੈ? ਅੰਦਰ ਮੇਰੀ ਬਿਰਤੀ ਕੀ ਹੈ? ਬੇਗਾਨੀ ਧੀ ਜਾਂ ਭੈਣ ਆਉਂਦੀ ਹੈ, ਅੱਖਾਂ ਉਹਨੂੰ ਵੀ ਵੇਖ ਰਹੀਆਂ ਨੇ। ਹੁਣ ਵੇਖਣ ਦਾ ਨਜ਼ਰੀਆ ਕੀ ਹੈ? ਅੰਦਰ ਬਿਰਤੀ ਕੀ ਹੈ? ਇਸ ਬਿਰਤੀ ਨੇ ਸੁੱਖ ਜਾਂ ਦੁੱਖ ਪੈਦਾ ਕਰਨਾ, ਖੁਸ਼ੀ ਜਾਂ ਗਮੀ ਪੈਦਾ ਕਰਨਾ। ਜੇ ਮੈਂ ਉਸੇ ਸੋਚ ਨਾਲ, ਜਿਹੜੀ ਸੋਚ ਮੇਰੀ ਆਪਣੀ ਬੇਟੀ ਜਾਂ ਆਪਣੀ ਭੈਣ ਵਾਸਤੇ ਹੈ, ਉਸੇ ਸੋਚ ਨਾਲ ਤੁਹਾਡੀ ਬੇਟੀ ਨੂੰ, ਤੁਹਾਡੀ ਭੈਣ ਨੂੰ ਦੇਖਦਾ ਹਾਂ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ। ਕੋਈ ਪ੍ਰੋਬਲਮ ਨਹੀਂ। ਮੈਂ ਤੁਹਾਨੂੰ ਦੇਖਦਾ ਹਾਂ ਜਿਸ ਬਿਰਤੀ ਨਾਲ ਮੈਂ ਆਪਣੇ ਆਪ ਨੂੰ ਵੇਖਣਾ ਕਿ ਮੇਰੇ ਰਾਸਤੇ ਕੈਸੇ ਹੋਣੇ ਚਾਹੀਦੇ ਨੇ। ਮੇਰੇ ਰਾਸਤੇ ਵਿੱਚ ਫੁੱਲ ਖਿੜੇ ਹੋਣ, ਮੇਰੇ ਰਾਸਤੇ ਵਿੱਚ ਖੁਸ਼ੀਆਂ ਹੋਣ, ਪ੍ਰਸੰਨਤਾ ਹੋਣ, ਮੇਰਾ ਜੀਵਨ ਫਲਿਆ ਔਰ ਫੁੱਲਿਆ ਹੋਵੇ ਸੁੱਖਾਂ ਦੇ ਨਾਲ। ਨਜ਼ਰੀਆ ਨਾ ਮੇਰਾ। ਤੇ ਜੇ ਮੈਂ ਤੁਹਾਡੇ ਵਾਸਤੇ ਵੀ ਇਹ ਚੀਜ਼ ਸੋਚਦਾ ਕਿ ਬਾਕੀ ਮੇਰੀਆਂ ਭੈਣਾਂ ਵੀਰਾਂ ਦਾ, ਸਮਾਜ ਦਾ ਰਾਸਤਾ ਵੀ ਖੁਸ਼ੀਆਂ ਨਾਲ ਭਰਿਆ ਹੋਏ, ਫੁੱਲ ਖਿੜੇ ਹੋਏ ਹੋਣ, ਤਾਂ ਫਿਰ ਤਾਂ ਕੋਈ ਪ੍ਰੋਬਲਮ ਹੈ ਨਹੀਂ। ਪਰ ਜਦੋਂ ਮੈਂ ਇਸ ਨਜ਼ਰੀਏ ਨਾਲ ਵੇਖਣਾ, ਯਾਰ ਇਹ ਮੇਰੇ ਨਾਲੋਂ ਜ਼ਿਆਦਾ ਕਾਮਯਾਬ ਨੇ, ਇਹ ਤਾਂ ਕਾਮਯਾਬ ਨਹੀਂ ਹੋਣੇ ਚਾਹੀਦੇ, ਮੇਰੀ ਜ਼ਿੰਦਗੀ ਵਿੱਚ ਸੁੱਖ ਜ਼ਿਆਦਾ ਹੋਣੇ ਚਾਹੀਦੇ ਨੇ, ਇਹਨਾਂ ਵਿੱਚ ਨਹੀਂ, ਇਹ ਕਿਵੇਂ ਕਾਮਯਾਬ ਹੋ ਗਏ, ਇਹਨਾਂ ਤੋਂ ਮੈਂ ਅੱਗੇ ਕਿਵੇਂ ਨਿਕਲਾਂ, ਇਹਨਾਂ ਦੇ ਰਾਸਤੇ ਵਿੱਚ ਕੰਡੇ ਕਿਵੇਂ ਵਿਛਾਵਾਂ, ਉਦੋਂ ਪ੍ਰੋਬਲਮ ਕ੍ਰੀਏਟ। ਮੈਂ ਆਪ ਦੇ ਨਾਲ ਥੋੜੀ ਜਿਹੀ ਹੋਰ ਵਿਚਾਰ ਸਾਂਝੀ ਕਰਾਂ, ਜਿਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਸਕੇ ਔਰ ਅਸੀਂ ਆਪਣੇ ਜੀਵਨ ਵਿੱਚ ਆਨੰਦ, ਖੇੜਾ ਜਾਂ ਪ੍ਰਸੰਨਤਾ ਪੈਦਾ ਕਰ ਸਕੀਏ। ਅਸੀਂ ਦੁੱਖਾਂ ਔਰ ਤਕਲੀਫਾਂ ਨੂੰ ਵੇਖਦੇ ਹਾਂ, ਪਰ ਦੁੱਖਾਂ ਔਰ ਤਕਲੀਫਾਂ ਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਚਿੰਤਾ ਪੈਦਾ ਹੁੰਦੀ ਹੈ। ਅਸੀਂ ਕਿਸੇ ਸਿਚੁਏਸ਼ਨ ਨੂੰ ਵੇਖ ਕੇ ਦੁਖੀ ਹੁੰਦੇ ਹਾਂ, ਕਿਸੇ ਚੀਜ਼ ਨੂੰ ਵੇਖ ਕੇ ਦੁਖੀ ਹੁੰਦੇ ਹਾਂ। ਉਹਦਾ ਰੀਜ਼ਨ ਕੀ? ਉਹਦਾ ਰੀਜ਼ਨ ਸਿਰਫ ਸਾਡੇ ਵੇਖਣ ਦਾ ਨਜ਼ਰੀਆ ਹੈ। ਜੇ ਅਸੀਂ ਆਪਣੇ ਨਜ਼ਰੀਏ ਨੂੰ ਬਦਲ ਲਈਏ, ਵੇਖਣ ਦਾ ਢੰਗ ਬਦਲ ਲਈਏ, ਤਾਂ ਸਾਡੇ ਦੁੱਖ ਵੀ ਦਾਰੂ ਬਣ ਸਕਦੇ। ਔਰ ਜੇ ਸਾਡਾ ਵੇਖਣ ਦਾ ਨਜ਼ਰੀਆ ਗਲਤ ਹੈ, ਸਾਡੇ ਸੁੱਖ ਵੀ ਰੋਗ ਹੋਗਾ। ਇੱਕ ਬੰਦਾ ਆਪਣੇ ਘਰ ਦੇ ਵਿੱਚ ਆਇਆ, ਜੋ ਘਰ ਵਿੱਚ ਆਣ ਕੇ ਉਸਨੇ ਪ੍ਰਸ਼ਾਦਾ ਪਾਣੀ ਛਕਿਆ, ਚਿੜਚਿੜਾ ਸੁਭਾਅ, ਥੱਕਿਆ ਟੁੱਟਿਆ ਆਇਆ ਹੈ, ਦਫ਼ਤਰ ਚੋਂ ਬੌਸ ਨੇ ਝਿੜਕਿਆ ਹੈ, ਬੱਚਿਆਂ ਦੀ ਫੀਸ ਵਗੈਰਾ ਦੇਣੀ ਹੈ, ਉਹ ਪਰੇਸ਼ਾਨੀ ਹੈ, ਘਰ ਦੀ ਮੌਰਗੇਜ ਦੇਣੀ ਹੈ, ਪਤਨੀ ਨਾਲ ਕੁਝ ਅਣਬਣ ਹੈ, ਚਿੜਚਿੜਾ ਸੁਭਾਅ ਹੈ, ਪਰੇਸ਼ਾਨ ਹੈ, ਕਿਉਂਕਿ ਉਸ ਵੇਖਣ ਦਾ ਨਜ਼ਰੀਆ ਹੈ। ਇਸ ਬੰਦੇ ਦਾ ਬੇਟਾ ਆਣ ਕੇ ਕਹਿੰਦਾ ਹੈ, ਪਾਪਾ ਆ ਮੇਰਾ ਹੋਮਵਰਕ ਚੈੱਕ ਕਰਿਓ ਜਰਾ। ਇਸਨੇ ਕਾਪੀ ਭੁਆ ਕੇ ਮਾਰੀ, ਪਰੇ ਜਾ, ਜਦੋਂ ਵੇਖੋ ਹੋਮਵਰਕ ਹੋਮਵਰਕ ਚੈੱਕ ਕਰੋ, ਮੈਂ ਆਪ ਪਰੇਸ਼ਾਨ, ਪਰੇ ਚੱਲ, ਮੈਨੂੰ ਪਰੇਸ਼ਾਨ ਨਾ ਕਰ।
दूर चला जा, सौ जा, मैनू सौण दे, नींद आ रही है, थकिया हूं। बच्चा गुमसुम जिहा होके वापस चला गया। ਬੱਚਾ ਦੂਜੇ ਕਮਰੇ ਵਿੱਚ ਜਾ ਕੇ ਬੈਠਾ। ਬੱਚੇ ਦੀਆਂ ਅੱਖਾਂ ਦੇ ਵਿੱਚੋਂ ਛਮ-ਛਮ ਕਰਕੇ ਹੰਝੂ ਵਗਣ ਲੱਗੇ। ਲੇਕਿਨ ਬੱਚਾ ਡਰਦਾ ਕੁਸਕਿਆ ਨਹੀਂ, ਬੱਚਾ ਸੌਂ ਗਿਆ। ਥੋੜੀ ਦੇਰ ਬਾਅਦ ਪਿਤਾ ਦੇ ਮਨ ਦੇ ਵਿੱਚ ਆਈ ਕਿ ਯਾਰ ਬੱਚਾ ਸੀ, ਮੈਨੂੰ ਐਵੇਂ ਨਹੀਂ ਸੀ ਬੋਲਣਾ ਚਾਹੀਦਾ। ਗੁੱਸਾ ਉਤਰਿਆ, ਸੋਚਿਆ ਕਿ ਐਵੇਂ ਨਹੀਂ ਸੀ ਬੋਲਣਾ ਚਾਹੀਦਾ। ਜਾ ਕੇ ਵੇਖਿਆ ਬੱਚਾ ਸੋਫੇ ਤੇ ਪਿਆ ਸੌਂ ਗਿਆ ਸੀ। ਬੱਚੇ ਦੀਆਂ ਅੱਖਾਂ ਦੇ ਵਿੱਚੋਂ ਨਿਕਲੇ ਹੋਏ ਹੰਝੂਆਂ ਦੇ ਨਿਸ਼ਾਨ ਗੱਲਾਂ ਦੇ ਉੱਤੇ ਉਸੇ ਤਰ੍ਹਾਂ ਦਿਸ ਰਹੇ ਸਨ। ਕਾਪੀ ਪਈ ਹੋਈ ਸੀ। ਪਿਤਾ ਨੇ ਇਹ ਕਾਪੀ ਚੁੱਕੀ। ਇਸ ਕਾਪੀ ਦੇ ਵਿੱਚ ਬੱਚੇ ਦੇ ਕੁਝ ਵਿਚਾਰ ਲਿਖੇ ਹੋਏ ਸਨ ਕਿ ਤੁਸੀਂ ਆਪਣੇ ਵਿਚਾਰ ਲਿਖ ਕੇ ਲਿਆਉਣੇ ਨੇ। ਬੱਚੇ ਦੇ ਵਿਚਾਰ ਇਸ ਪਿਤਾ ਨੇ ਪੜ੍ਹੇ, ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਮੈਂ ਪਹਿਲਾਂ ਇਮਤਿਹਾਨਾਂ ਤੋਂ ਤੰਗ ਹੁੰਦਾ ਸਾਂ ਕਿ ਮੇਰੇ ਇਮਤਿਹਾਨ ਹੋਣਗੇ, ਪੇਪਰ ਹੋਣਗੇ, ਸਕੂਲ ਜਾਣਾ ਪਵੇਗਾ। ਮੈਨੂੰ ਪਰੇਸ਼ਾਨੀ ਹੁੰਦੀ ਸੀ, ਸਾਰਿਆਂ ਨੂੰ ਹੁੰਦੀ। ਇੱਕ ਨਾ ਕਸਾਈ ਬੱਕਰੀ ਫੜ ਕੇ ਲਈ ਜਾ ਰਹੇ ਸਨ ਤੇ ਬੱਕਰੀ ਮਿਆਂ ਮਿਆਂ ਕਰਦੀ ਸੀ। ਤੇ ਇੱਕ ਬੱਚੇ ਨੇ ਪੁੱਛਿਆ, ਪਾਪਾ ਇਹ ਬੱਕਰੀ ਮਿਆਂ ਮਿਆਂ ਕਿਉਂ ਕਰਦੀ ਹੈ? ਕਹਿਣ ਲੱਗਾ, ਬੇਟਾ ਇਹ ਕਸਾਈਆਂ ਦੇ ਵੱਸ ਪੈ ਗਈ ਹੈ, ਇਹਨੂੰ ਦੁਕਾਨ ਤੇ ਲੈ ਜਾਣਗੇ, ਇਹਨੂੰ ਝਟਕਾ ਦੇਣਗੇ, ਇਹਨੂੰ ਵੱਢ ਦੇਣਗੇ, ਵੱਢ ਕੇ ਇਹਦੀ ਖੱਲ ਲਾ ਕੇ ਇਹਦਾ ਮਾਸ ਵੇਚ ਦੇਣਗੇ ਟੁਕੜੇ ਟੁਕੜੇ ਕਰਕੇ। ਬੱਚਾ ਕਹਿੰਦਾ, ਅੱਛਾ ਅੱਛਾ, ਮੈਂ ਸਮਝਿਆ ਵਿਚਾਰੀ ਨੂੰ ਸਕੂਲ ਛੱਡਣ ਵਾਸਤੇ ਚੱਲੇ ਨੇ। ਦੇਖੋ ਸਕੂਲ ਦੀ ਪਰੇਸ਼ਾਨੀ ਹੁੰਦੀ ਹੈ ਨਾ, ਸਾਨੂੰ ਵੀ ਹੁੰਦੀ ਸੀ। ਮੈਂ ਸਮਝਿਆ ਸਕੂਲ ਛੱਡਣ ਪਰੇਸ਼ਾਨੀ। ਬੱਚਾ ਕਹਿੰਦਾ ਮੈਨੂੰ ਪਰੇਸ਼ਾਨੀ ਹੁੰਦੀ ਸੀ ਇਮਤਿਹਾਨਾਂ ਦੀ, ਸਕੂਲ ਦੀ, ਪਰ ਕਹਿੰਦਾ ਜਦੋਂ ਮੈਂ ਪੇਪਰ ਦਿੱਤੇ, ਪੇਪਰ ਦੇਣ ਤੋਂ ਬਾਅਦ ਮੇਰੇ ਚੰਗੇ ਨੰਬਰ ਆਏ, ਮੈਂ ਪਾਸ ਹੋ ਗਿਆ, ਅਗਲੀ ਕਲਾਸ ਵਿੱਚ ਆ ਗਿਆ ਤੇ ਫਿਰ ਮੇਰੀਆਂ ਬਹੁਤ ਸਾਰੀਆਂ ਛੁੱਟੀਆਂ ਹੋ ਗਈਆਂ, ਮੈਨੂੰ ਬੜੀ ਖੁਸ਼ੀ ਹੋਈ। ਤੇ ਅੱਜ ਮੈਂ ਸਮਝਦਾ ਜੇ ਮੈਂ ਉਹ ਪੇਪਰ ਨਾ ਦਿੰਦਾ, ਸਕੂਲ ਨਾ ਜਾਂਦਾ ਤਾਂ ਇਹ ਮੈਨੂੰ ਖੁਸ਼ੀ ਨਹੀਂ ਸੀ ਹੋਣੀ। ਇਸ ਕਰਕੇ ਮੈਂ ਭਾਗਸ਼ਾਲੀ ਹਾਂ ਕਿ ਮੈਂ ਸਕੂਲ ਜਾਂਦਾ ਹਾਂ ਔਰ ਮੈਂ ਪੇਪਰ ਦਿੰਦਾ ਹਾਂ, ਇਮਤਿਹਾਨ ਹੁੰਦੇ ਹਨ, ਫਿਰ ਮੈਂ ਖੁਸ਼ੀਆਂ ਦਾ ਆਨੰਦ ਮਾਣਦਾ। ਉਹ ਕਹਿੰਦਾ ਮੇਰੇ ਟੀਚਰ ਬੜੇ ਚੰਗੇ ਨੇ, ਪਰ ਮੈਨੂੰ ਪਹਿਲਾਂ ਭੈੜੇ ਲੱਗਦੇ ਸਨ ਕਿ ਟੀਚਰ ਰੋਜ਼ ਹੋਮਵਰਕ ਦੇ ਦਿੰਦਾ ਹੈ, ਟੀਚਰ ਮੈਨੂੰ ਦਬਕੇ ਮਾਰਦਾ ਹੈ। ਲੇਕਿਨ ਹੁਣ ਮੈਂ ਫੀਲ ਕਰਦਾ ਕਿ ਮੇਰਾ ਸੋਚਣਾ ਗਲਤ ਸੀ। ਜੇ ਟੀਚਰ ਮੈਨੂੰ ਪੜ੍ਹਾਉਂਦੇ ਨੇ, ਮੈਨੂੰ ਡਾਂਟਦੇ ਨੇ ਜਾਂ ਸਜ਼ਾ ਦਿੰਦੇ ਨੇ, ਪਨਿਸ਼ਮੈਂਟ ਕੁਛ ਦਿੰਦੇ ਨੇ, ਸਖਤ ਬੋਲਦੇ ਨੇ, ਤਾਂ ਉਹ ਮੇਰੇ ਭਲੇ ਵਾਸਤੇ ਨੇ। ਉਹਨਾਂ ਨੇ ਮੈਨੂੰ ਪੜ੍ਹਾਇਆ ਹੈ ਤਾਂ ਮੈਂ ਇੱਥੋਂ ਤੱਕ ਪੜ੍ਹ ਕੇ ਆਇਆ, ਤਾਂ ਮੇਰੀ ਹੈਂਡ ਰਾਈਟਿੰਗ ਸੁਧਰੀ ਹੈ। ਜੇ ਟੀਚਰ ਮੈਨੂੰ ਨਾ ਕਹਿੰਦੇ, ਮੇਰੀ ਹੈਂਡ ਰਾਈਟਿੰਗ ਨਹੀਂ ਸੀ ਸੁਧਰਨੀ। ਇਸ ਲਈ ਮੇਰੇ ਟੀਚਰ ਬੜੇ ਚੰਗੇ ਨੇ ਜੋ ਮੈਨੂੰ ਇਸ ਤਰ੍ਹਾਂ ਸਿੱਖਿਆ ਦਿੰਦੇ ਨੇ। ਐਵੇਂ ਉਹਨੇ ਹੋਰ ਵੀ ਬਹੁਤ ਕੁਝ ਲਿਖਿਆ ਸੀ ਤੇ ਲਾਸਟ ਵਿੱਚ ਜੋ ਲਿਖਿਆ ਸੀ ਨਾ, ਉਹਨੂੰ ਪੜ੍ਹ ਕੇ ਪਿਤਾ ਦੀਆਂ ਅੱਖਾਂ 'ਚ ਹੰਝੂ ਆ ਗਏ। ਕਹਿਣ ਲੱਗੇ ਮੇਰੇ ਪਿਤਾ ਜੀ ਬਹੁਤ ਚੰਗੇ ਨੇ, ਬੇਸ਼ੱਕ ਮੈਨੂੰ ਉਹ ਡਾਂਟਦੇ ਨੇ, ਮੇਰੇ ਪਿਤਾ ਦਾ ਸੁਭਾਅ ਗੁੱਸੇ ਵਾਲਾ ਹੈ। ਜਦੋਂ ਮੈਂ ਪਿਤਾ ਦੇ ਕੋਲ ਜਾਂਦਾ, ਮੈਨੂੰ ਗੁੱਸੇ ਦੇ ਨਾਲ ਡਾਂਟਦੇ ਨੇ, ਮੈਨੂੰ ਉਹ ਪਿਆਰ ਨਹੀਂ ਕਰਦੇ। ਪਰ ਮੈਂ ਭਾਗਸ਼ਾਲੀ ਹਾਂ ਕਿ ਮੇਰੇ ਕੋਲ ਪਿਤਾ ਹੈ, ਕਿਉਂਕਿ ਮੇਰੇ ਫਰੈਂਡ ਦੇ ਪਿਤਾ ਦੀ ਡੈਥ ਹੋ ਗਈ, ਉਹਦੇ ਕੋਲ ਤੇ ਪਿਤਾ ਹੈ ਹੀ ਨਹੀਂ। ਮੈਂ ਭਾਗਸ਼ਾਲੀ ਹਾਂ, ਮੇਰੇ ਕੋਲ ਪਿਤਾ ਹੈ। ਕਹਿੰਦਾ ਮੈਂ ਭਾਗਸ਼ਾਲੀ ਹਾਂ, ਮੇਰੇ ਪਿਤਾ ਜੀ ਡਾਂਟਦੇ ਨੇ ਪਰ ਉਹ ਬੜੇ ਚੰਗੇ ਨੇ, ਮੇਰੇ ਵਾਸਤੇ ਖਿਡੌਣੇ ਲੈ ਕੇ ਆਉਂਦੇ ਨੇ, ਮੇਰੇ ਵਾਸਤੇ ਮਠਿਆਈ ਲੈ ਕੇ ਆਉਂਦੇ ਨੇ। ਮੇਰੇ ਪਿਤਾ ਦਾ ਸੁਭਾਅ ਚਿੜਚਿੜਾ ਹੈ ਲੇਕਿਨ ਬੜੇ ਚੰਗੇ ਨੇ ਮੇਰੇ ਵਾਸਤੇ, ਮੇਰਾ ਜਨਮ ਦਿਨ ਮਨਾਉਂਦੇ ਨੇ, ਮੇਰੇ ਸਕੂਲ ਦੀ ਫੀਸ ਦੇ ਰਹੇ ਨੇ, ਮੇਰੇ ਵਾਸਤੇ ਕੱਪੜੇ ਲੈ ਕੇ ਆਉਂਦੇ ਨੇ। ਮੈਨੂੰ ਉਹਨਾਂ ਦਾ ਸੰਗ ਹੈ, ਮੈਂ ਉਹਨਾਂ ਦੀ ਗੋਦ ਵਿੱਚ ਬਹਿਨਾ ਵਾਂ। ਕਦੇ ਕਦਾਈ ਉਹ ਮੈਨੂੰ ਗੋਦ ਵਿੱਚ ਬਿਠਾਉਂਦੇ ਨੇ, ਚੁੰਮਦੇ ਨੇ, ਮੈਨੂੰ ਪਿਆਰ ਵੀ ਕਰਦੇ ਨੇ। ਇਸ ਲਈ ਮੇਰੇ ਪਿਤਾ ਜੀ ਬਹੁਤ ਚੰਗੇ ਨੇ, ਮੈਂ ਭਾਗਸ਼ਾਲੀ ਹਾਂ। ਜਦੋਂ ਪਿਤਾ ਨੇ ਇਹ ਗੱਲਾਂ ਪੜ੍ਹੀਆਂ, ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ। ਆਪਣੇ ਬੱਚੇ ਨੂੰ ਗੋਦ ਵਿੱਚ ਲਿਆ ਔਰ ਉਹਦਾ ਮੱਥਾ ਚੁੰਮਿਆ ਤੇ ਉਸ ਦਿਨ ਤੋਂ ਬਾਅਦ ਉਸ ਪਿਤਾ ਦਾ ਸਾਰੇ ਦਾ ਸਾਰਾ ਸੁਭਾਅ ਹੀ ਬਦਲ ਗਿਆ। ਹੁਣ ਅਸੀਂ ਪਰੇਸ਼ਾਨ ਨਾ ਕਿ ਸਾਨੂੰ ਜੌਬ ਕਰਨੀ ਪੈਂਦੀ, ਯਾਰ ਇੰਨੀ ਔਖੀ। ਨਜ਼ਰ ਹੀ ਹੈ ਨਾ।
ਪਰ ਤੁਸੀਂ ਭਾਗਸ਼ਾਲੀ ਹੋ ਕਿ ਤੁਹਾਡੇ ਕੋਲ ਯਾਰ ਜੌਬ ਹੈ, ਲੋਕੀ ਤੇ ਜੌਬ ਵਾਸਤੇ ਤਰਸ ਰਹੇ। ਅਸੀਂ ਔਖੇ ਆ ਯਾਰ, ਪਤਨੀ ਬੜਾ ਤੰਗ ਕਰਦੀ ਹੈ, ਬੱਚੇ ਫੀਸ ਇਹ ਵੋ। ਤੁਸੀਂ ਭਾਗਸ਼ਾਲੀ ਹੋ, ਤੁਹਾਡੇ ਕੋਲ ਪਤਨੀ ਹੈ, ਤੁਹਾਡੇ ਕੋਲ ਬੱਚੇ ਨੇ। ਨਹੀਂ ਤੇ ਲੋਕ ਤੇ ਬੱਚਿਆਂ ਵਾਸਤੇ ਤਰਸ ਰਹੇ ਨੇ, ਉਹਨਾਂ ਤੋਂ ਪੁੱਛੋ ਜਿਨ੍ਹਾਂ ਦੇ ਚਲੇ ਗਏ। ਤੁਸੀਂ ਪਰੇਸ਼ਾਨ ਹੋ ਕਿ ਯਾਰ ਬਿਜਲੀ ਦਾ ਬਿੱਲ, ਸਾਨੂੰ ਮੋਰਗੇਜ ਤਾਰਨੀ ਪੈਂਦੀ, ਨਿੱਕਾ ਜਿਹਾ ਘਰ ਹੈ। ਖੁਸ਼ ਨਸੀਬ ਹੋ ਕਿ ਤੁਹਾਡੇ ਕੋਲ ਘਰ ਹੈ, ਲੋਕਾਂ ਕੋਲ ਤੇ ਘਰ ਵੀ ਹੈ ਨਹੀਂ। ਤੁਸੀਂ ਪਰੇਸ਼ਾਨ ਹੋ ਕਿ ਮੈਨੂੰ ਰਿਸ਼ਤੇਦਾਰਾਂ ਦੇ ਨਾਲ ਮਿਲਣਾ ਪੈਂਦਾ, ਯਾਰ ਜਿਹੜਾ ਮਰਜ਼ੀ ਥੈਲਾ ਚੁੱਕ ਕੇ ਆ ਜਾਂਦਾ, ਦੱਸ ਹੁਣ ਫਿਰ ਇਹਨੇ ਦਰਵਾਜ਼ਾ ਖੜਕਾਤਾ, ਇਹਦੇ ਲਈ ਫਿਰ ਚਾਹ ਬਣਾਉਣੀ ਪੈਣੀ। ਲੋਕ ਪਰੇਸ਼ਾਨ ਨੇ ਨਾ। ਅੱਜ ਕੱਲ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਸੱਜਣਾ ਮਿੱਤਰਾਂ ਦੇ ਆਉਣ ਦੀ। ਘੱਟ ਲੋਕ ਨੇ ਜੋ ਪਰੇਸ਼ਾਨ ਹੋਣ। ਅੱਜ ਕੱਲ ਲੋਕ ਬਹੁਤ ਘੱਟ ਇਨਵਾਈਟ ਕਰਦੇ ਨੇ ਕਿ ਤੁਸੀਂ ਸਾਡੇ ਘਰ ਆਓ, ਬੈਠ ਕੇ ਗੱਪਸ਼ਪ ਮਾਰਾਂਗੇ। ਘਰ ਵਾਲੀਆਂ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਨੇ, ਯਾਰ ਸਾਡੇ ਘਰ ਰੋਜ਼ ਚੁੱਕ ਕੇ ਥੈਲਾ ਆ ਜਾਂਦਾ। ਭਲੇ ਪੁਰਸ਼ੋ, ਤੰਗ ਨਾ ਹੋਵੋ, ਤੁਸੀਂ ਖੁਸ਼ ਨਸੀਬ ਹੋ ਕਿ ਤੁਹਾਡਾ ਵਸਦਾ ਹੋਇਆ ਘਰ ਹੈ, ਤੁਹਾਡੇ ਕੋਲ ਆ ਰਹੇ ਨੇ। ਇਹ ਬੰਦਾ ਵੀ ਪਰੇਸ਼ਾਨ ਸੀ ਜਿਹਦੀ ਮੈਂ ਗੱਲ ਕਰ ਰਿਹਾ। ਇਹ ਕਹਿੰਦਾ ਹੁਣ ਮੈਨੂੰ ਖੁਸ਼ੀ ਹੁੰਦੀ ਹੈ ਕਿ ਯਾਰ ਮੇਰੇ ਘਰ ਵਿੱਚ ਲੋਕ ਆ ਰਹੇ ਨੇ, ਮੈਨੂੰ ਸੇਵਾ ਦਾ ਮੌਕਾ ਮਿਲ ਰਿਹਾ ਹੈ। ਇਹਦਾ ਮਤਲਬ ਮੇਰਾ ਸਮਾਜਿਕ ਮਿਲਵਰਤਨ ਬਹੁਤ ਵਧੀਆ ਹੈ, ਤਾਂ ਲੋਕ ਆ ਰਹੇ ਨੇ। ਵਸਦਾ ਹੋਇਆ ਘਰ ਹੈ, ਮੈਨੂੰ ਖੁਸ਼ੀ ਹੁੰਦੀ ਹੈ। ਕੋਈ ਸੱਜਣ ਮਿੱਤਰ ਆਏਗਾ, ਬੈਠਾਂਗੇ, ਕੋਈ ਗੱਲਬਾਤ ਕਰਾਂਗੇ, ਹੱਸਾਂਗੇ, ਖੇਲਾਂਗੇ। ਗਰਮੀ ਪੈ ਰਹੀ ਹੈ ਤੇ ਸਾਨੂੰ ਪਰੇਸ਼ਾਨੀ ਹੁੰਦੀ ਹੈ ਨਾ ਕਿ ਯਾਰ ਹੁਣ ਤੇ ਪਿੱਤ ਨਿਕਲ ਆਉਣੀ, ਲੂਆਂ ਵਗਣਗੀਆਂ, ਫਸਲਾਂ ਸੜ ਜਾਣੀਆਂ ਨੇ, ਸਕਿਨ ਕੈਂਸਰ ਹੋ ਜਾਣਾ ਹੈ। ਲੇਕਿਨ ਦੂਜਾ ਬੰਦਾ ਸੋਚਦਾ ਹੈ ਕਿਆ ਬਾਤ, ਸੂਰਜ ਚੜਿਆ ਹੈ ਯਾਰ, ਅੱਜ ਸਨ ਬਾਤ ਕਰਾਂਗੇ, ਵਿਟਾਮਿਨ ਡੀ ਮਿਲੇਗਾ, ਕਿਤੇ ਸੀ ਸਾਈਡ ਜਾਵਾਂਗੇ, ਕਿਤੇ ਸਕੰਜਵੀ ਪੀਵਾਂਗੇ, ਕਿਤੇ ਆਨੰਦ। ਨਜ਼ਰ ਹੀ ਹੈ ਨਾ। ਤਾਂ ਇਹ ਪਰੇਸ਼ਾਨੀਆਂ ਔਰ ਖੁਸ਼ੀ ਕੁਛ ਨਹੀਂ ਹੈ। ਸਾਡੇ ਵੇਖਣ ਦਾ ਨਜ਼ਰੀਆ ਕਿ ਅਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ, ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਕਹਿੰਦੇ ਨੇ ਸੁਕਰਾਤ ਜਿਹੜਾ ਨਾ, ਵੱਡਾ ਬੜਾ ਵੱਡਾ ਫਿਲੋਸਫਰ ਸੀ, ਮੈਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਜਾਣਦੇ ਹੋ ਸੁਕਰਾਤ ਨੂੰ। ਤੇ ਮੈਂ ਕਿਤੇ ਪੜ੍ਹਿਆ ਹੈ, ਉਹ ਸੱਚ ਹੈ ਜਾਂ ਝੂਠ ਹੈ ਮੈਨੂੰ ਨਹੀਂ ਪਤਾ, ਪਰ ਕਹਿੰਦੇ ਨੇ ਸੁਕਰਾਤ ਦੀ ਜੋ ਘਰਵਾਲੀ ਸੀ ਨਾ, ਉਹ ਥੋੜੀ ਲੜਾਕੇ ਸੁਭਾਅ ਦੀ ਸੀ। ਤੇ ਉਹ ਘਰ ਵਿੱਚ ਕਿਸੇ ਸੱਜਣ ਮਿੱਤਰ ਨੂੰ ਲੈ ਗਿਆ, ਤੇ ਜਦੋਂ ਘਰ ਦੇ ਵਿੱਚ ਲੈ ਕੇ ਗਿਆ ਤੇ ਉਹ ਲੱਗ ਗਈ ਕੜਕਣ ਕਿ ਫਿਰ ਲੈ ਆਇਆ, ਮੈਂ ਤੈਨੂੰ ਕਿਹਾ ਸੀ ਕਿ ਇੱਥੇ ਨਾ ਲੈ ਕੇ ਆਇਆ ਕਰ, ਰੋਜ਼ ਕਿਸੇ ਨਾ ਕਿਸੇ ਨੂੰ ਲੈ ਆਉਂਦਾ, ਫਲਾਂ ਢੀਂਗੂਆਂ ਫਲਾਂ। ਹੁਣ ਸੁਕਰਾਤ ਦੇ ਘਰ ਨਾਲ ਜਿਹੜਾ ਬੰਦਾ ਸੀ, ਉਹ ਥੋੜਾ ਪਰੇਸ਼ਾਨ ਹੋਇਆ। ਤੇ ਸੁਕਰਾਤ ਕੁਝ ਬੋਲਿਆ ਨਹੀਂ, ਤੇ ਅੱਗੋਂ ਆਂਦੀ ਤੂੰ ਬੋਲਦਾ ਨਹੀਂ, ਪਾਣੀ ਦੀ ਬਾਲਟੀ ਭਰੀ ਸੀ ਤੇ ਗੁੱਸੇ ਦੇ ਨਾਲ ਸੁਕਰਾਤ ਦੇ ਸਿਰ 'ਚ ਉਹਨੇ ਪਾ ਦਿੱਤੀ। ਤੇ ਉਹ ਬਹੁਤ ਖੁਸ਼ ਹੋਇਆ, ਬੜਾ ਹੱਸਿਆ। ਆਪਣੀ ਘਰ ਵਾਲੇ ਨੂੰ ਕਹਿੰਦਾ ਧੰਨਵਾਦ, ਕਿਆ ਬਾਤ, ਤੂੰ ਦੁਨੀਆ ਦੀ ਸਭ ਤੋਂ ਵਧੀਆ ਔਰਤ ਹੈ ਜਿਹਨੇ ਪੂਰੀ ਕਹਾਵਤ ਹੀ ਬਦਲ ਦਿੱਤੀ ਹੈ। ਕਹਾਵਤ ਸੀ ਵੀ ਜਿਹੜੇ ਗਰਜਦੇ ਨੇ ਉਹ ਵਰਸਦੇ ਨਹੀਂ, ਤੂੰ ਗੱਜ ਵੀ ਰਹੀ ਹੈ ਤੇ ਵਰਸ ਵੀ ਰਹੀ ਹੈ। ਨਜ਼ਰੀਆ ਨਾ, ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ, ਖੁਸ਼ੀ ਔਰ ਗਮੀ ਇਸ ਚੀਜ਼ ਤੇ ਡਿਪੈਂਡ ਕਰੇਗੀ। ਇਸ ਲਈ ਜੋ ਸਾਡੀਆਂ ਅੱਖਾਂ ਨੇ, ਇਹ ਤੁਹਾਡੇ ਆਨੰਦ ਦਾ ਕਾਰਨ ਬਣ ਸਕਦੀਆਂ ਨੇ, ਔਰ ਇਹ ਅੱਖਾਂ ਤੁਹਾਡੇ ਦੁੱਖਾਂ ਦਾ ਕਾਰਨ ਵੀ ਬਣ ਸਕਦੀਆਂ ਨੇ। ਹੁਣ ਵੇਖਣ ਦਾ ਨਜ਼ਰੀਆ ਹੈ। ਤਾਂ ਗੁਰੂ ਜੀ ਕਹਿੰਦੇ ਹਨ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ, ਕਿ ਮੇਰੇ ਨੇਤਰੋ ਤੁਹਾਡੇ ਵਿੱਚ ਰੱਬ ਨੇ ਆਪਣੀ ਜੋਤ ਰੱਖੀ ਹੋਈ ਹੈ। ਹੁਣ ਦੇਖੋ ਨਜ਼ਰੀਆ, ਦੇਖੋ ਦੇਖਣ ਦਾ, ਅੱਖਾਂ ਵੱਲ ਦੇਖੋ ਕਿ ਤੁਹਾਡੇ ਵਿੱਚ ਰੱਬ ਨੇ ਆਪਣੀ ਜੋਤ ਰੱਖੀ ਹੈ, ਮਾਨੋ ਰੱਬ ਹੀ ਤੁਹਾਡੇ ਵਿੱਚ ਬੈਠ ਕੇ ਵੇਖ ਰਿਹਾ ਹੈ। ਹੁਣ ਜੇ ਸਾਡਾ ਵਿਸ਼ਵਾਸ ਇਹ ਹੋ ਜਾਏ ਕਿ ਮੇਰੀਆਂ ਅੱਖਾਂ ਵਿੱਚ ਰੱਬ ਬੈਠ ਕੇ ਵੇਖ ਰਿਹਾ, ਤਾਂ ਇਹ ਅੱਖਾਂ ਕਿੰਨੀਆਂ ਮਹਾਨ ਹੋ ਜਾਣ। ਹੁਣ ਗੁਰੂ ਜੀ ਕਹਿੰਦੇ ਨੇ, ਹਰ ਬਿਨ ਅਵਰ ਨਾ ਦੇਖੋ ਕੋਈ, ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਵੇਖੋ। ਇਸ ਦੁਨੀਆ ਦੇ ਵਿੱਚ ਚਾਰ ਚੁਫੇਰੇ ਤੁਹਾਨੂੰ ਰੱਬ ਨਜ਼ਰੀ ਪਵੇਗਾ। ਨਜ਼ਰੀਆ ਦੇਖਣ ਦਾ। ਅਸੀਂ ਵੀ ਇਸ ਸੰਸਾਰ ਨੂੰ ਵੇਖਦੇ ਹਾਂ, ਸਾਨੂੰ ਇਹ ਸੰਸਾਰ ਸੜਦਾ ਬਲਦਾ ਪ੍ਰਤੀਤ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਵੀ ਇਸ ਸੰਸਾਰ ਨੂੰ ਵੇਖਦੇ ਨੇ, ਤੇ ਉਹ ਸੰਸਾਰ ਨੂੰ ਵੇਖਦੇ ਹੋਏ ਕਹਿੰਦੇ ਨੇ ਕਿ ਇਹ ਸੰਸਾਰ ਤੇ ਰੱਬ ਦੀ ਆਰਤੀ ਉਤਾਰ ਰਿਹਾ ਹੈ। ਇੱਥੇ ਤਾਂ ਆਰਤੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇੱਥੇ ਤਾਂ ਰੱਬ ਦੀ ਸਿਫਤ ਸਲਾਹ ਹੋ ਰਹੀ ਹੈ। ਗगन में थाल रब चंद दीपक बने, तार कमंडल जनक मोती, धूप मल्यान लो पवन चवरो करे, सगल बन राय फुलंत ज्योति। कैसी आरती हुई पवखंडना तेरी आरती, अनहता
ਹੁਣ देखो अनहद शब्द बज रहे हैं, कैसी आश्चर्य आरती हो रही है, कैसा आश्चर्य हैरान कर देने वाला ये संसार, कैसा वंडरफुल दृश्य है, विस्माद विच लै जांदा है। ਸਾਨੂੰ ਇਹ ਸੰਸਾਰ ਦੁਖਦਾਈ ਪ੍ਰਤੀਤ ਹੁੰਦਾ ਹੈ, ਪਰ ਗੁਰੂ ਨਾਨਕ ਦੇਵ ਜੀ ਵੇਖਦੇ ਨੇ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜਾਂਦੇ, ਵਿਸਮਾਦ ਪੌਣ, ਵਿਸਮਾਦ ਪਾਣੀ, ਕੱਲੀ ਕੱਲੀ ਚੀਜ਼ ਦੁਨੀਆ ਦੀ ਵਿਸਮਾਦ ਪੈਦਾ ਕਰ ਰਹੀ ਹੈ। ਕਿੰਨੇ ਕਿਸਮ ਦੀ ਆਵਾਜ਼ ਹੈ, ਕਿੰਨੇ ਕਿਸਮ ਦੇ ਫਿੰਗਰਪ੍ਰਿੰਟ ਨੇ, ਡੀਐਨਏ ਹੈ, ਰੂਪ ਹੈ, ਰੰਗ ਹੈ, ਰੇਖ ਹੈ, ਆਕਾਰ ਹੈ, ਵਨਸਪਤੀ ਹੈ, ਨਦੀਆਂ ਨਾਲੇ ਨੇ, ਕਿੰਨਾ ਕੁਛ ਬ੍ਰਹਿਮੰਡ ਫੈਲਿਆ ਹੋਇਆ ਹੈ, ਅਨੰਤ ਆਕਾਸ਼ ਗੰਗਾਵਾਂ ਨੇ ਵਿਸਮਾਦ ਤੇ ਪੈਦਾ ਕਰ ਨਜ਼ਰੀਆ ਨਾ ਵੇਖਣ। ਹਰ ਬਿਨ ਅਵਰ ਨਾ ਦੇਖੋ, ਕੋਈ ਰੱਬ ਤੋਂ ਬਿਨਾ ਕੁਛ ਨਾ ਵੇਖੋ। ਕਿਵੇਂ? ਹੁਣ ਤੁਸੀਂ ਕਲਾਸ ਵਿੱਚ ਆਪਣੇ ਆਪਣੇ ਘਰ ਵਿੱਚ ਬੈਠੇ ਹੋ, ਨਜ਼ਰੀਆ ਦੋ ਤਰ੍ਹਾਂ ਦਾ ਵੇਖਣ ਦਾ, ਯਾਰ ਕਿੰਨੀ ਪਰੇਸ਼ਾਨੀ ਹੈ, ਕਿੰਨੇ ਪ੍ਰੋਬਲਮਸ ਨੇ, ਇਹ ਵੇਖਿਆ ਜਾ ਸਕਦਾ ਹੈ। ਤੇ ਦੂਜਾ ਵੇਖਦੇ ਯਾਰ ਕਿੰਨਾ ਆਨੰਦ ਹੈ, ਇੱਥੇ ਰੱਬ ਦੇ ਗੁਣ ਮੌਜੂਦ ਨੇ, ਕਿਉਂਕਿ ਰੱਬ ਹਰ ਥਾਂ ਤੇ ਹੈ, ਸੱਚ ਹਰ ਥਾਂ ਤੇ ਹੈ, ਦਇਆ ਹਰ ਥਾਂ ਤੇ ਹੈ, ਕੋਮਲਤਾ ਹਰ ਥਾਂ ਤੇ ਹੈ, ਪ੍ਰੇਮ ਹਰ ਥਾਂ ਤੇ ਹੈ, ਨਿਰਵੈਰਤਾ ਨਿਰਭੈਤਾ ਹਰ ਥਾਂ ਤੇ ਹੈ ਨਾ, ਹਰ ਥਾਂ ਤੇ ਖੁਸ਼ ਰਿਹਾ ਜਾ ਸਕਦਾ ਨਾ। ਇਸੇ ਨੂੰ ਕਹਿੰਦੇ ਨੇ ਰੱਬ ਨੂੰ ਵੇਖੋ ਸਭ ਥਾਂ, ਹਰ ਇੱਕ ਦੇ ਅੰਦਰ ਗੁਣ ਮੌਜੂਦ ਨੇ, ਮੇਰੇ ਅੰਦਰ ਗੁਣ ਮੌਜੂਦ ਨੇ, ਤਾਂ ਉਹਨਾਂ ਗੁਣਾਂ ਨੂੰ ਵੇਖੋ ਸਭ ਥਾਂ ਤੇ। ਇਹ ਪੋਸੀਬਿਲਿਟੀ ਹੈ। ਜਦੋਂ ਹਰ ਥਾਂ ਤੇ ਗੁਣਾਂ ਨੂੰ ਵੇਖੋਗੇ ਤਾਂ ਫਿਰ ਕੀ ਹੋਏਗਾ? ਖੁਸ਼ੀ ਪੈਦਾ ਹੋਏਗੀ, ਆਨੰਦ ਪੈਦਾ ਹੋਏਗਾ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਨਿਹਾਲਿਆ ਦਾ ਮਤਲਬ ਵੇਖਿਆ ਹੈ। ਗੁਰੂ ਜੀ ਕਹਿੰਦੇ ਹਨ ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਵੇਖੋ। ਨਦਰੀ ਹਰ ਨਿਹਾਲਿਆ, ਗੁਰੂ ਜੀ ਕਹਿੰਦੇ ਨੇ ਮੈਂ ਵੇਖਿਆ ਹੈ, ਚਾਰ ਚੁਫੇਰੇ ਰੱਬ ਹੀ ਦਿਸ ਰਿਹਾ ਹੈ। ਔਰ ਜਦੋਂ ਰੱਬ ਨੂੰ ਵੇਖੋਗੇ ਤੇ ਰੱਬ ਹੀ ਦਿਸੇਗਾ, ਰੱਬ ਹੀ ਦਿਸੇਗਾ। ਭਗਤ ਕਬੀਰ ਜੀ ਦੇਖੋ ਕਿੰਨੇ ਪਿਆਰ ਨਾਲ ਕਹਿੰਦੇ ਨੇ, ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਬੇਗਲ ਦਾ ਮਤਲਬ ਦੂਜੀ ਗੱਲ, ਬੇ ਦਾ ਮਤਲਬ ਹੁੰਦਾ ਦੂਜੀ, ਕਿ ਰੱਬ ਤੋਂ ਬਿਨਾ ਦੂਜੀ ਗੱਲ ਕਹੀ ਹੀ ਨਹੀਂ ਜਾਂਦੀ ਕਿ ਰੱਬ ਤੋਂ ਬਿਨਾ ਵੀ ਕੁਛ ਹੈ। हमरा परम गया को भागा, जब राम नाम चित लागा। बाजीगर रंग बजाई, सब खलक तमाशे आई। बाजीगर स्वांग सकीला, अपने रंग रवे अकेला। कथनी कह परम न जाई, सब कथ कथ ही लुकाई। जाको गुरमुख आप बुझाई। ਹੁਣ ਮੇਰੀ ਕਥਨੀ ਨਾਲ ਕੁਛ ਨਹੀਂ ਹੋਣਾ, ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਇਹ ਗਿਆਨ ਦੀ ਦਾਤ ਮਿਲ ਗਈ, ਉਹਨਾਂ ਨੇ ਚਾਰ ਚੁਫੇਰੇ ਰੱਬ ਨੂੰ ਵੇਖਿਆ। ਹੁਣ ਦੇਖੋ, ਇੱਕ ਪਾਸੇ ਤਾਂ ਗੁਰਬਾਣੀ ਸਾਨੂੰ ਇਹ ਸਮਝਾ ਰਹੀ ਹੈ ਔਰ ਇਹ ਸੱਚਾਈ ਹੈ, ਤੇ ਦੂਜੇ ਪਾਸੇ ਉਹ ਲੋਕ ਨੇ ਜੋ ਕਹਿ ਰਹੇ ਨੇ ਰੱਬ ਕਿਤੇ ਉਤਲੇ ਸੱਚਖੰਡ ਵਿੱਚ ਬੈਠਾ ਹੈ, ਉਤਲੇ ਕਿਤੇ ਸਵਰਗ ਵਿੱਚ ਬੈਠਾ ਹੈ, ਜਾਂ ਕਿਤੇ ਦਸਮ ਦੁਆਰ ਵਿੱਚ ਪ੍ਰਾਣ ਚੜਾਓਗੇ ਤੇ ਰੱਬ ਤੁਹਾਨੂੰ ਦਿਸੇਗਾ। ਹੁਣ ਵੇਖਣ ਦਾ ਨਜ਼ਰੀਆ ਨਾ, ਇਹ ਸੰਸਾਰ ਦੇ ਵਿੱਚ ਕਣ ਕਣ ਦੇ ਵਿੱਚ ਰੱਬ ਸਮਾਇਆ ਹੈ, ਕਣ ਕਣ ਦੇ ਵਿੱਚ ਉਹਦੀ ਜੋਤ ਹੈ, ਕਣ ਕਣ ਦੇ ਅੰਦਰ ਗੁਣ ਨੇ, ਕਣ ਕਣ ਦੇ ਅੰਦਰ ਨੂਰ ਹੈ, ਜ਼ਹੂਰ ਹੈ, ਜਲਵਾ ਹੈ, ਤੇ ਅਸੀਂ ਉਸ ਰੱਬ ਦਾ ਇੱਕ ਅੰਗ ਹੀ ਤੇ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਅਦਿਸਤਾ ਜਗਤ, ਇਹ ਸਾਰਾ ਰੱਬ ਦਾ ਰੂਪ ਹੈ। ਹੁਣ ਜੇ ਗੁਰੂ ਦੇ ਇਸ ਪਾਵਨ ਬਚਨ ਨੂੰ ਮੰਨ ਲਿਆ ਜਾਏ, ਆਪਣਾ ਇਹ ਨਜ਼ਰੀਆ ਬਣਾ ਲਿਆ ਜਾਏ, ਤਾਂ ਦੱਸੋ ਕੋਈ ਪ੍ਰੋਬਲਮ ਹੈ ਜ਼ਿੰਦਗੀ 'ਚ? ਕੋਈ ਦੁੱਖ, ਕੋਈ ਚਿੰਤਾ, ਚਾਰ ਚੁਫੇਰੇ ਖੁਸ਼ੀਆਂ ਖੁਸ਼ੀਆਂ ਨਾ। ਜਿਹੜਾ ਤੁਹਾਡੇ ਕੋਲ ਆ ਰਿਹਾ, ਜੇ ਉਹਨੂੰ ਰੱਬ ਦੀ ਤਰ੍ਹਾਂ ਮਿਲਦੇ ਹੋ, ਉਹ ਵੀ ਰੱਬ ਵਰਗਾ ਬਣ ਕੇ ਆ ਰਿਹਾ ਹੈ, ਤਾਂ ਫਿਰ ਕੀ ਪ੍ਰੋਬਲਮ? ਪਤੀ ਪਤਨੀ ਵਿੱਚ, ਨੂੰਹ ਸੱਸ ਵਿੱਚ, ਪਿਤਾ ਪੁੱਤਰ ਵਿੱਚ, ਭਰਾਵਾਂ ਵਿੱਚ, ਦੋਸਤਾਂ ਵਿੱਚ, ਰਿਸ਼ਤੇਦਾਰਾਂ ਵਿੱਚ ਕੋਈ ਪ੍ਰੋਬਲਮ ਜੇ ਕ੍ਰੀਏਟ ਹੁੰਦੀ ਹੈ ਤੇ ਦੱਸੋ। ਹੁਣ ਪ੍ਰੋਬਲਮ ਤਾਂ ਸਾਡੇ ਨਜ਼ਰੀਏ ਦੀ ਹੈ, ਸਾਡੀ ਸੋਚ ਦੀ ਹੈ। ਗੁਰੂ ਜੀ ਅਗਲਾ ਬਚਨ ਕਰਦੇ ਨੇ, ਇਹ ਵਿਸ਼ ਸੰਸਾਰ ਤੁਮ ਦੇਖਦੇ। ਇੱਥੇ ਵਿਸ਼ ਦੇ ਅਰਥ ਕਈਆਂ ਨੇ ਜ਼ਹਿਰ ਕੀਤੇ ਨੇ, ਲੇਕਿਨ ਉਹ ਅਰਥ ਠੀਕ ਨਹੀਂ। ਇਹ ਵਿਸ਼ ਜਿਹੜਾ ਹੈ ਨਾ, ਇਹ ਵਿਸ਼ਵ ਦਾ ਛੋਟਾ ਰੂਪ ਹੈ। ਵਿਸ਼ ਦਾ ਮਤਲਬ ਹੈ ਵਿਸ਼ਵ।
ਵਿਸ਼ ਸੰਸਾਰ ਦਾ ਮਤਲਬ, ਵਿਸ਼ਵ ਸੰਸਾਰ ਦਾ ਮਤਲਬ ਸਾਰਾ ਸੰਸਾਰ, ਜੋ ਦਿਸਦਾ ਅਣਦਿਸਦਾ ਜਗਤ ਹੈ, ਜੋ ਵੀ ਤੁਹਾਨੂੰ ਦਿਸ ਰਿਹਾ ਹੈ, ਇਹ ਅੱਖੀਓ ਜੋ ਤੁਸੀਂ ਵੇਖ ਰਹੀਆਂ ਹੋ, ਇਹ ਨੇਤਰੋ ਮੇਰਿਓ, ਇਹ ਵਿਸ਼ ਸੰਸਾਰ ਤੁਮ ਦੇਖਦੇ, ਕਿ ਮੇਰੀਓ ਅੱਖੋਂ ਜੋ ਤੁਸੀਂ ਆ ਵਿਸ਼ਵ ਸੰਸਾਰ ਵੇਖ ਰਹੀਆਂ ਹੋ, ਇਹ ਹਰ ਕਾ ਰੂਪ ਹੈ, ਇਹ ਰੱਬ ਦਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰੂ ਜੀ ਕਹਿੰਦੇ ਨੇ ਮੈਨੂੰ ਰੱਬ ਦਾ ਹੀ ਰੂਪ ਦਿਸ ਰਿਹਾ ਹੈ, ਇਹ ਰੱਬ ਦਾ ਰੂਪ ਹੈ ਔਰ ਮੈਨੂੰ ਰੱਬ ਦਾ ਰੂਪ ਨਜ਼ਰੀ ਪੈ ਰਿਹਾ, ਰੱਬ ਦਾ ਰੂਪ ਦਿਸ ਰਿਹਾ। ਜੇ ਹੁਣ ਇਸ ਗੱਲ ਨੂੰ ਅਸੀਂ ਵਿਸ਼ਵਾਸ ਦੇ ਵਿੱਚ ਲਵੀਏ, ਯਾਨੀ ਆਪਣਾ ਵਿਸ਼ਵਾਸ ਬਣਾਈਏ, ਤਾਂ ਕੋਈ ਕਹਿ ਸਕਦਾ ਜੀ ਮੈਨੂੰ ਰੱਬ ਦੇ ਦਰਸ਼ਨ ਨਹੀਂ ਹੋਏ। ਜੇ ਗੁਰੂ ਜੀ ਦੀ ਇਸ ਪਾਵਨ ਬਾਣੀ ਨੂੰ ਅਸੀਂ ਸੱਚ ਸਮਝੀਏ, ਕਿਉਂਕਿ ਗੁਰੂ ਦੀ ਬਾਣੀ ਤੇ ਹੈ ਸੱਚ, ਗੁਰੂ ਦੀ ਬਾਣੀ ਵਿੱਚ ਕੋਈ ਭੁਲੇਖਾ ਨਹੀਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਦੀ ਪਾਵਨ ਬਾਣੀ ਆਦਿ ਜੁਗਾਦੀ ਹੈ, ਸਰਬ ਸਾਂਝੀ, ਸਰਬ ਦੇਸ਼ੀ, ਸਰਬ ਕਾਲੀ ਹੈ। ਪਰ ਗੱਲ ਤੇ ਸਾਡੇ ਮੰਨਣ ਦੀ ਹੈ ਨਾ, ਕਿ ਗੁਰਬਾਣੀ ਨੂੰ ਅਸੀਂ ਸੱਚ ਮੰਨਦੇ ਹਾਂ। ਜੇ ਸੱਚ ਮੰਨਦੇ ਹਾਂ, ਜੇ ਤੇ ਵਿਸ਼ਵਾਸ ਬਣਾ ਲਵੀਏ, ਤਾਂ ਫਿਰ ਸਾਡੇ ਵਿੱਚੋਂ ਕੋਈ ਵੀਰ ਭੈਣ ਹੱਥ ਖੜਾ ਕਰਕੇ ਕਹਿ ਸਕਦਾ ਹੈ ਕਿ ਮੈਨੂੰ ਰੱਬ ਦੇ ਦਰਸ਼ਨ ਨਹੀਂ ਹੋਏ। ਹਾਂ, ਜਿਹੜਾ ਕਹੇਗਾ ਕਿ ਮੈਨੂੰ ਨਹੀਂ ਜੀ ਦਿਸਦੇ, ਰੱਬ ਦਾ ਸੰਸਾਰ ਗੁਰੂ ਜੀ ਨੇ ਕਿਹਾ ਤੇ ਹੈ, ਪਰ ਜਦੋਂ ਅਸੀਂ ਪਰ ਕਹਿੰਦੇ ਹਾਂ, ਪਰ ਦਾ ਮਤਲਬ ਪਹਿਲੀ ਗੱਲ ਝੂਠੀ, ਪਰ ਦਾ ਮਤਲਬ ਇਹ ਕਿ ਫਲਾਣਾ ਨੁਕਸਾਨ ਵੀ ਇਹਦੇ ਵਿੱਚ ਹੋਏ, ਪਰ ਦਾ ਹੋਰ ਕੋਈ ਮਤਲਬ ਨਹੀਂ ਹੁੰਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੰਸਾਰ ਜਿਹੜਾ ਤੁਸੀਂ ਵੇਖ ਰਹੇ ਹੋ, ਰੱਬ ਦੇ ਨਾਲੋਂ ਵੱਖਰਾ ਕੁਝ ਨਹੀਂ ਹੈ। ਇੱਕ ਓੰਕਾਰ, ਉਹ ਇੱਕ ਹੀ ਫੈਲਿਆ ਹੋਇਆ ਹੈ, ਉਹ ਇੱਕ ਹੀ ਪਸਰਿਆ ਹੋਇਆ ਹੈ। ਜਿਵੇਂ ਇੱਕ ਬਾਜੀਗਰ ਹੀ ਅਨੇਕਾਂ ਰੂਪ ਧਾਰਨ ਕਰਦਾ ਹੈ, ਜਿਵੇਂ ਇੱਕ ਆਕਾਸ਼ ਸੈਂਕੜੇ ਘੜਿਆਂ ਵਿੱਚ ਦਿਸਦਾ ਹੈ ਤਾਂ ਉਹ ਇੱਕ ਹੀ ਹੁੰਦਾ ਹੈ, ਘੜੇ ਟੁੱਟਣ ਤੋਂ ਬਾਅਦ ਵੀ ਇੱਕ ਹੈ। ਘੜੇ ਨਹੀਂ ਸਨ ਤਾਂ ਵੀ ਸੰਸਾਰ ਇੱਕ ਸੀ, ਘੜਿਆਂ ਦੇ ਵਿੱਚ ਵੀ ਇੱਕ ਦੱਸ ਰਿਹਾ ਸੀ, ਘੜੇ ਖਤਮ ਹੋ ਗਏ ਤਾਂ ਵੀ ਆਕਾਸ਼ ਇੱਕੋ ਹੀ ਹੈ। ਰਚਨਹਾਰ ਰਚਨਾ ਤੋਂ ਪਹਿਲਾਂ ਵੀ ਸੀ, ਅੱਜ ਰਚਨਾ ਰੂਪ ਵਿੱਚ ਹੈ, ਕੱਲ ਨੂੰ ਰਚਨਾ ਨਾ ਰਵੇ ਤਾਂ ਵੀ ਰਵੇਗਾ। ਤਾਂ ਜਿਹੜੇ ਸਾਨੂੰ ਰੱਬ ਦੇ ਦਰਸ਼ਨ ਦੇ ਭਰਮ ਭੁਲੇਖੇ ਪਾਏ ਗਏ ਨੇ, ਇੱਕ ਤਾਂ ਸਾਡੇ ਉਹ ਭਰਮ ਭੁਲੇਖੇ ਦੂਰ ਹੋ ਜਾਣਗੇ, ਦੂਜਾ ਸਾਡਾ ਨਜ਼ਰੀਆ ਬਦਲ ਜਾਏਗਾ, ਤੇ ਜਦੋਂ ਸਾਡਾ ਨਜ਼ਰੀਆ ਔਰ ਵਿਹਾਰ ਬਦਲੇਗਾ, ਉਦੋਂ ਸਾਡੇ ਦੁੱਖ ਵੀ ਖਤਮ ਹੋ ਜਾਣਗੇ, ਸੁੱਖਾਂ ਵਿੱਚ ਕਨਵਰਟ ਹੋ ਜਾਣਗੇ, ਚਿੰਤਾਵਾਂ ਖੁਸ਼ੀਆਂ ਵਿੱਚ ਤਬਦੀਲ ਹੋ ਜਾਣਗੀਆਂ, ਹਾਰਾਂ ਜਿੱਤਾਂ ਦੇ ਅੰਦਰ ਬਦਲ ਜਾਣਗੀਆਂ, ਜੀਵਨ ਆਨੰਦਮਈ ਹੋ ਜਾਏਗਾ। ਇਸ ਲਈ ਜੇ ਜੀਵਨ ਦੇ ਅੰਦਰ ਅਸੀਂ ਆਨੰਦ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਇਹ ਹੈ ਕਿ ਆਪਣਾ ਵੇਖਣ ਦਾ ਨਜ਼ਰੀਆ ਇਹ ਕਰੀਏ। ਅਗਲਾ ਬਚਨ ਕਰਦੇ ਨੇ, ਗੁਰ ਪ੍ਰਸਾਦੀ ਬੁਝਿਆ, ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਸਮਝ ਪਈ ਹੈ। ਗੁਰੂ ਅਮਰਦਾਸ ਜੀ ਬਚਨ ਕਰਦੇ ਨੇ, ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ। ਜਾਂ ਵੇਖਾਂ ਹਰ ਇੱਕ ਹੈ, ਹੁਣ ਜਦੋਂ ਮੈਂ ਗੁਰੂ ਦੇ ਗਿਆਨ ਦੇ ਨਾਲ ਵੇਖਣਾ, ਤੇ ਫਿਰ ਮੈਂ ਵੇਖਣਾ ਵੀ ਹੈ ਤੇ ਚਾਰ ਚੁਫੇਰੇ ਇੱਕੋ ਹੀ ਹੈ, ਦੂਜਾ ਤੇ ਕੋਈ ਹੈ ਨਹੀਂ। ਹਰ ਬਿਨ ਅਵਰ ਨਾ ਕੋਈ, ਰੱਬ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਇਹ ਸਮਝ ਕਦੋਂ ਆਈ? ਗੁਰੂ ਦੇ ਗਿਆਨ ਰਾਹੀਂ। ਗੁਰੂ ਨੇ ਸਾਨੂੰ ਯੂਨੀਵਰਸਲ ਟਰੁਥ ਦੇਣਾ ਹੈ, ਬ੍ਰਹਿਮੰਡੀ ਸੱਚ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾ ਬਚਨ ਹੀ ਇਹ ਕੀਤਾ ਹੈ, ਇੱਕ ਓੰਕਾਰ, ਕਿ ਇੱਕ ਹੀ ਹੈ, ਇੱਕ ਸਰਬ ਵਿਆਪਕ ਪਰਮ ਸੱਤਿਆ ਹੈ। ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਉਹ ਇੱਕ ਹੀ ਪਸਰਿਆ ਹੋਇਆ ਹੈ। ਮੇਰੀ ਸੋਚ ਹੋਰ ਹੋ ਸਕਦੀ ਹੈ ਕਿ ਨਾ ਜੀ ਰੱਬ ਰੂਬ ਹੈ ਨਹੀਂ, ਰੱਬ ਉੱਤੇ ਬੈਠਾ ਹੈ, ਰੱਬ 10ਵੇਂ ਦੁਆਰ ਵਿੱਚੋਂ ਮਿਲੇਗਾ, ਪ੍ਰਾਣ ਚੜਾਵਾਂਗਾ ਤਾਂ ਮਿਲੇਗਾ, ਮੈਂ ਵਾਹਿਗੁਰੂ ਰਾਮ ਅੱਲਾ ਕਹਾਂਗਾ ਤਾਂ ਮਿਲੇਗਾ, ਤੀਰਥਾਂ ਤੇ ਜਾਵਾਂਗਾ ਤਾਂ ਮਿਲੇਗਾ, ਜੇ ਮੈਂ ਕਿਸੇ ਬਾਬੇ ਦੀ ਜੁਗਤੀ ਅਪਣਾਵਾਂਗਾ ਤਾਂ ਮਿਲੇਗਾ। ਇਹ ਮੇਰੀ ਸੋਚ ਹੋ ਸਕਦੀ ਹੈ, ਗੁਰੂ ਦੀ ਸੋਚ ਨਹੀਂ। ਗੁਰੂ ਦੇ ਗਿਆਨ ਰਾਹੀਂ ਤਾਂ ਇਹ ਸਮਝ ਪਵੇਗੀ, ਗੁਰ ਪ੍ਰਸਾਦੀ ਬੁਝਿਆ, ਜਾਂ ਵੇਖਾਂ ਹਰ ਇੱਕ ਹੈ, ਜਦੋਂ ਮੈਂ ਵੇਖਿਆ ਤੇ ਫਿਰ ਇੱਕੋ ਹੀ ਹੈ। ਹਰ ਬਿਨ ਅਵਰ ਨਾ ਕੋਈ, ਰੱਬ ਤੋਂ ਬਿਨਾ ਹੋਰ ਕੋਈ ਨਹੀਂ ਹੈ। ਕਹਿ ਨਾਨਕ ਇਹ ਨੇਤਰ ਅੰਧ ਸੇ ਦਾ ਮਤਲਬ ਸਨ। ਗੁਰੂ ਜੀ ਕਹਿੰਦੇ ਨੇ, ਗੁਰੂ ਨੂੰ ਮਿਲਣ ਤੋਂ ਪਹਿਲਾਂ ਇਹ ਅੱਖਾਂ ਅਸਲ ਵਿੱਚ ਅੰਨੀਆਂ ਸਨ, ਅਗਿਆਨ ਭਰੀਆਂ ਸਨ। ਅੰਨੀਆਂ ਦਾ ਮਤਲਬ ਇਹ ਨਹੀਂ ਕਿ ਦਿਸਦਾ ਨਹੀਂ ਸੀ, ਦਿਸਦਾ ਸੀ।
ਪਰ ਰੱਬ ਨਹੀਂ ਸੀ ਦਿਸਦਾ। ਕੋਈ ਦਿਸਦਾ ਸੀ ਇਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਕੋਈ ਐਵੇਂ ਦਿਸਦਾ ਸੀ। ਕੋਈ ਦਿਸਦਾ ਸੀ ਇਹ ਕਾਲਾ ਹੈ, ਗੋਰਾ ਹੈ, ਕੋਈ ਦਿਸਦਾ ਸੀ ਹਿੰਦੂ, ਮੁਸਲਮਾਨ, ਸਿੱਖ, ਈਸਾਈ ਹੈ। ਕੋਈ ਚੰਗਾ ਦਿਸਦਾ ਸੀ, ਕੋਈ ਮਾੜਾ ਦਿਸਦਾ ਸੀ, ਕੋਈ ਆਪਣਾ ਦਿਸਦਾ ਸੀ, ਕੋਈ ਬੇਗਾਨਾ ਦਿਸਦਾ ਸੀ। ਅਗਿਆਨਤਾ ਸੀ ਨਾ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟ ਦਾ ਮਤਲਬ ਦਿव्य दृष्टि। ਦਿਵ ਦ੍ਰਿਸ਼ਟ ਦਾ ਮਤਲਬ ਗਿਆਨ ਵਾਲੀ ਦ੍ਰਿਸ਼ਟੀ। ਨਜ਼ਰੀਆ ਗਿਆਨ ਵਾਲਾ ਹੋ ਗਿਆ। ਅੱਖਾਂ ਉਹੀ ਨੇ, ਨਜ਼ਰੀਆ ਬਦਲ ਗਿਆ ਹੈ, ਨਜ਼ਰੀਆ ਗਿਆਨ ਵਾਲਾ ਹੋ ਗਿਆ ਹੈ। ਰੋਸ਼ਨ ਚਮਕੀਲੀਆਂ ਅੱਖਾਂ ਹੋ ਗਈਆਂ ਨੇ, ਰੋਸ਼ਨ ਹੋ ਗਈਆਂ ਨੇ, ਗਿਆਨਵਾਨ ਹੋ ਗਈਆਂ ਨੇ। ਤਾਂ ਜਦੋਂ ਗੁਰੂ ਮਿਲਿਆ ਤਾਂ ਇਹਨਾਂ ਵਿੱਚ ਰੋਸ਼ਨੀ ਆਈ, ਇਹਨਾਂ ਨੂੰ ਹਰ ਥਾਂ ਪਰਮਾਤਮਾ ਦਿਸਣ ਲੱਗਾ। ਤੇ ਇਹ ਗਿਆਨ ਹੀ ਆਨੰਦ ਦਾ ਮੂਲ ਹੈ, ਇਹ ਦੀਦਾਰ ਆਨੰਦ ਦਾ ਮੂਲ ਹੈ, ਆਨੰਦ ਦਾ ਸੋਮਾ ਹੈ, ਆਨੰਦ ਦਾ ਬੇਸ ਹੈ, ਆਨੰਦ ਦਾ ਕਾਰਨ ਹੈ, ਨਜ਼ਰੀਆ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਨਜ਼ਰੀਆ ਦਿੱਤਾ ਹੈ। ਜੇ ਸਾਡਾ ਇਹ ਨਜ਼ਰੀਆ ਬਣ ਜਾਏ ਹਰ ਥਾਂ ਪੋਜ਼ਿਟਿਵ ਦੇਖਣ ਦਾ, ਤਾਂ ਦੇਖੋ ਜ਼ਿੰਦਗੀ ਤਬਦੀਲ ਹੋ ਜਾਏਗੀ। ਬੋਲ ਬਦਲ ਜਾਣਗੇ, ਸੋਚ ਬਦਲ ਜਾਏਗੀ, ਵਿਹਾਰ ਬਦਲ ਜਾਏਗਾ ਔਰ ਜੀਵਨ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ। ਵੇਖਣ ਦਾ ਨਜ਼ਰੀਆ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਮੇਰੀਆਂ ਨੇਤਰਾਂ ਦੇ ਅੰਦਰ, ਯਾਨੀ ਮੇਰਾ ਵੇਖਣ ਦਾ ਜੋ ਨਜ਼ਰੀਆ ਹੈ ਉਹ ਅਗਿਆਨਤਾ ਵਾਲਾ ਸੀ, ਭਰਮ ਵਾਲਾ ਸੀ। ਜਿਸ ਦਿਨ ਦਾ ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਲਈ ਹੈ, ਮੇਰਾ ਨਜ਼ਰੀਆ ਬਦਲਿਆ ਹੈ, ਮੇਰੇ ਅੰਦਰ ਗਿਆਨ ਪ੍ਰਗਟ ਹੋਇਆ ਹੈ। ਹੁਣ ਗੁਰੂ ਦੇ ਗਿਆਨ ਰਾਹੀਂ ਜਦੋਂ ਮੈਂ ਇਸ ਸੰਸਾਰ ਨੂੰ ਵੇਖ ਰਿਹਾ ਤਾਂ ਇਹ ਸੰਸਾਰ ਹੀ ਰੱਬ ਹੈ, ਇਸ ਸੰਸਾਰ ਹੀ ਰੱਬ ਦਾ ਰੂਪ ਹੈ। ਹਰ ਇਨਸਾਨ ਦੇ ਅੰਦਰ ਉਹਦੀ ਜੋਤ ਹੈ, ਹਰ ਥਾਂ ਤੇ ਰੱਬ ਦੇ ਗੁਣ ਪਸਰੇ ਹੋਏ ਨੇ, ਮੇਰੇ ਆਪਣੇ ਅੰਦਰ ਨੇ, ਤੁਹਾਡੇ ਵਿੱਚ ਨੇ। ਇਹ ਗੱਲ ਵੱਖਰੀ ਹੈ ਕਿ ਕਿਸੇ ਦਾ ਨਜ਼ਰੀਆ ਹੀ ਨਹੀਂ ਐਸਾ ਬਣਿਆ, ਕਿਸੇ ਨੇ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਵਰਤੋਂ ਵਿੱਚ ਲਿਆਂਦਾ ਹੀ ਨਹੀਂ। ਇਹ ਵੱਖਰਾ ਟੌਪਿਕ ਹੈ। ਪਰ ਗੁਰੂ ਜੀ ਸਾਨੂੰ ਇਹ ਨਜ਼ਰੀਆ ਦਿੰਦੇ ਨੇ, ਜਦੋਂ ਆਪਣੇ ਅੰਦਰ ਵਸਦੇ ਗੁਣਾਂ ਨੂੰ ਵੇਖੋਗੇ ਤਾਂ ਤੁਹਾਡੇ ਦੁੱਖ ਵੀ ਦਾਰੂ ਬਣ ਜਾਣਗੇ। ਜਿਵੇਂ ਮੈਂ ਪਹਿਲੋਂ ਕਹਾਣੀ ਸੁਣਾਈ ਹੈ ਬੱਚੇ ਵਾਲੀ, ਇਮਤਿਹਾਨਾਂ ਤੋਂ ਬੰਦਾ ਦੁਖੀ ਹੁੰਦਾ ਹੈ। ਇੱਕ ਤੇ ਦੁੱਖ ਦੇ ਰੂਪ ਵਿੱਚ ਵੇਖ ਰਿਹਾ, ਦੂਜਾ ਵੇਖ ਰਿਹਾ ਇਮਤਿਹਾਨ ਦੇਵਾਂਗਾ ਤਾਂ ਹੀ ਇੰਜੀਨੀਅਰ ਬਣਾਂਗਾ ਨਾ, ਤਾਂ ਹੀ ਡਾਕਟਰ ਬਣਾਂਗਾ, ਤਾਂ ਹੀ ਵਿਗਿਆਨਿਕ ਬਣਾਂਗਾ। ਇੱਕ ਤਾਂ ਵੇਖ ਰਿਹਾ ਹੈ ਯਾਰ ਹੁਣ 2-3 ਬੰਦੇ ਫਿਰ ਆ ਗਏ ਨੇ ਮਹਿਮਾਨ, ਤਾਂ ਉਹਨੂੰ ਖੁਸ਼ੀ ਨਹੀਂ ਹੋਣੀ। ਦੂਜਾ ਵੇਖ ਰਿਹਾ ਹੈ ਯਾਰ ਸ਼ੁਕਰ ਹੈ ਰੱਬ ਦੇ ਪਿਆਰੇ ਆਏ ਨੇ, ਭੈਣ ਭਰਾ ਨੇ, ਬੈਠ ਕੇ ਗੱਪਸ਼ਪ ਮਾਰਾਂਗੇ, ਚਾਹ ਪਾਣੀ ਪੀਵਾਂਗੇ, ਆਨੰਦ ਬਣ ਜਾਏਗਾ। ਵੇਖਣ ਦਾ ਨਜ਼ਰੀਆ ਨਾ। ਇਸ ਲਈ ਨਜ਼ਰੀਏ ਨੂੰ ਸੁੱਖ ਵਾਲਾ ਕਰੋ, ਨਜ਼ਰੀਏ ਨੂੰ ਪੋਜ਼ਿਟਿਵ ਕਰੋ, ਨਜ਼ਰੀਏ ਨੂੰ ਸਕਾਰਾਤਮਕ ਕਰੋ। ਇਹ ਤੁਹਾਡੀਆਂ ਅੱਖਾਂ ਹੀ ਤੁਹਾਡੀ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਕਰ ਦੇਣਗੀਆਂ। ਅਗਲਾ ਬਚਨ ਗੁਰਦੇਵ ਪਾਤਸ਼ਾਹ ਕਰਦੇ ਨੇ, ਏ ਸ਼੍ਰਵਣਹੁ ਮੇਰਿਓ ਸਾਚੈ ਸੁਣਨੈ ਨੂੰ ਪਠਾਈ। ਹੁਣ ਦੇਖੋ ਕੰਨਾਂ ਦੀ ਗੱਲ ਕਰਦੇ ਨੇ, ਇੱਥੇ ਵੀ ਨਜ਼ਰੀਆ ਹੈ ਕਿ ਇਹ ਮੇਰੇ ਕੰਨੋਂ ਰੱਬ ਨੇ ਤੁਹਾਨੂੰ ਪਠਾਏ ਦਾ ਮਤਲਬ ਭੇਜਿਆ ਹੈ, ਯਾਨੀ ਲਾਇਆ ਹੈ ਸਰੀਰ ਦੇ ਨਾਲ ਸੱਚ ਸੁਣਨ ਵਾਸਤੇ, ਸੱਚ ਸੁਣਨ ਲਈ। ਇਹ ਸ਼੍ਰਵਣਹੁ ਮੇਰਿਓ ਸਾਚੈ ਸੁਣਨੈ ਨੂੰ ਪਠਾਏ, ਸੱਚ ਸੁਣਨ ਵਾਸਤੇ ਲਾਇਆ। ਇਸ ਲਈ ਗੁਰੂ ਜੀ ਕਹਿੰਦੇ ਨੇ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਰੀਰ ਦੇ ਨਾਲ ਤੁਹਾਡੇ ਲੱਗਣ ਦਾ ਫੰਕਸ਼ਨ ਇਹ ਹੈ ਕਿ ਤੁਸੀਂ ਸੱਚੀ ਬਾਣੀ ਸੁਣੋ, ਸੱਚੀ ਗੱਲ ਸੁਣੋ, ਸੱਚ ਸੁਣੋ। ਕੇਵਲ ਤੁਸੀਂ ਸੁਣਨਾ ਬਦਲ ਲਓ, ਕੇਵਲ ਸੁਣਨ ਦਾ ਨਜ਼ਰੀਆ ਢੰਗ ਬਦਲ ਲਓ, ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਕਿਉਂਕਿ ਜੋ ਅਸਾਂ ਸੁਣਨਾ ਹੈ ਉਹ ਸਾਡੇ ਅੰਦਰ ਜਾਣਾ ਹੈ, ਉਹ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਜਾਣਾ ਹੈ। ਸਾਡੇ ਸਬਕੌਂਸ਼ੀਅਸ ਮਾਈਂਡ ਦੇ ਅੰਦਰੋਂ ਉਹ ਸਿਗਨਲ ਆਉਣੇ ਨੇ ਕੌਨਸ਼ੀਅਸ ਮਾਈਂਡ ਲਈ। ਸਾਡੇ ਕੌਨਸ਼ੀਅਸ ਮਾਈਂਡ ਨੇ ਉਹ ਸਾਨੂੰ ਪ੍ਰੇਰਨਾ ਦੇਣੀ ਹੈ, ਉਵੇਂ ਦੇ ਅਸੀਂ ਕਰਮ ਕਰਨੇ ਨੇ, ਉਵੇਂ ਦਾ ਸਾਨੂੰ ਫਲ ਮਿਲਦਾ। ਫਾਰ ਐਗਜ਼ਾਮਪਲ, ਤੁਹਾਨੂੰ ਮੇਰੇ ਬਾਰੇ ਕਿਸੇ ਨੇ ਦੱਸਿਆ ਕਿ ਮੋਹਰ ਸਿੰਘ ਕਥਾਵਾਚਕ ਬਹੁਤ ਨਲਾਇਕ ਬੰਦਾ ਹੈ, ਝੂਠ ਬੋਲਦਾ ਹੈ, ਵਿਕਾਰੀ ਹੈ। ਤੁਸੀਂ ਸੁਣ ਲਿਆ, ਤੁਹਾਡੇ ਅੰਦਰ ਇਹ ਗੱਲ ਚਲੀ ਗਈ। ਤੁਸੀਂ ਮੈਨੂੰ ਮਿਲੇ ਨਹੀਂ, ਵੇਖਿਆ ਨਹੀਂ, ਕਦੇ ਤੁਹਾਡਾ ਮੇਰੇ ਨਾਲ ਵਾਹ ਨਹੀਂ ਪਿਆ, ਪਰ ਤੁਸੀਂ ਸੁਣ ਲਿਆ, ਇਹ ਚੀਜ਼ ਅੰਦਰ ਚਲੀ ਗਈ। ਤੇ ਕਦੇ ਮੈਂ ਤੁਹਾਨੂੰ ਮਿਲਿਆ ਤੇ ਕਿਸੇ ਨੇ ਦੱਸਿਆ ਕਿ ਉਹ ਭਾਈ ਮੋਹਰ ਸਿੰਘ ਹੈ, ਤਾਂ ਹੁਣ ਤੁਹਾਡੇ ਅੰਦਰ ਵਿਚਾਰ ਕਿਹੜੇ ਆਉਣਗੇ?
ਇਹ ਤੇ ਬੇਈਮਾਨ ਹੈ, ਇਹ ਤੇ ਝੂਠਾ ਹੈ। ਕਿਉਂ? ਕਿ ਤੁਸੀਂ ਸੁਣਿਆ ਸੀ, ਮਿਲੇ ਤੇ ਤੁਸੀਂ ਹੈ ਨਹੀਂ, ਵਿਹਾਰ ਤੇ ਵਾਹ ਤੇ ਤੁਹਾਡਾ ਪਿਆ ਨਹੀਂ, ਤਾਂ ਤੁਸੀਂ ਇਹੋ ਜਿਹਾ ਸਮਝ ਲਿਆ। ਤੁਸੀਂ ਕਿਸੇ ਤੋਂ ਸੁਣਿਆ ਕਿ ਮੋਹਰ ਸਿੰਘ ਬਹੁਤ ਚੰਗਾ ਬੰਦਾ ਹੈ, ਬੜਾ ਵਧੀਆ ਕਥਾਵਾਚਕ ਹੈ, ਬੜੇ ਪਿਆਰ ਵਾਲਾ ਹੈ। ਤੁਸੀਂ ਕਦੇ ਮੈਨੂੰ ਮਿਲੇ ਨਹੀਂ, ਮੇਰੇ ਨਾਲ ਤੁਹਾਡਾ ਵਾਹ ਨਹੀਂ ਪਿਆ, ਪਰ ਕਦੇ ਕਿਸੇ ਨੇ ਦੱਸਿਆ ਕਿ ਯਾਰ ਉਹ ਭਾਈ ਮੋਹਰ ਸਿੰਘ, ਤਾਂ ਵਿਚਾਰ ਕੈਸੇ ਪੈਦਾ ਹੋਣਗੇ ਮੇਰੇ ਬਾਰੇ? ਯਾਰ ਬੜਾ ਚੰਗਾ ਹੈ, ਪਿਆਰ ਵਾਲਾ ਹੈ, ਤੁਸੀਂ ਆਣ ਕੇ ਫਤਿਹ ਬੁਲਾਓਗੇ ਨਾ, ਹਾਲਾਂਕਿ ਤੁਹਾਡਾ ਮੇਰੇ ਨਾਲ ਵਾਹ ਨਹੀਂ ਪਿਆ। ਹੁਣ ਇਹ ਪਿਆਰ ਔਰ ਨਫ਼ਰਤ ਮੇਰੇ ਵਾਸਤੇ ਤੁਹਾਡੇ ਲਈ ਅੰਦਰ ਕਿਉਂ ਪੈਦਾ ਹੋਇਆ? ਨਫ਼ਰਤ ਪੈਦਾ ਤਾਂ ਹੋਈ ਕਿ ਤੁਸੀਂ ਮੇਰੇ ਖਿਲਾਫ ਕੁਛ ਐਸਾ ਸੁਣਿਆ, ਤੇ ਪਿਆਰ ਮੇਰੇ ਨਾਲ ਤਾਂ ਬਣੇਗਾ ਜੇ ਤੁਸੀਂ ਚੰਗਾ ਸੁਣਿਆ। ਜਿਹੋ ਜਿਹਾ ਸੁਣਿਆ ਉਹੋ ਜਿਹੀ ਇਮੇਜ ਬਣ ਗਈ ਨਾ। ਤਾਂ ਦੁਨੀਆ ਦੀ ਇਮੇਜ ਆਪਣੀ ਜ਼ਿੰਦਗੀ ਵਿੱਚ ਗਲਤ ਨਾ ਬਣਾਓ। ਇਸ ਸੰਸਾਰ ਵਾਸਤੇ ਗਲਤ ਨਾ ਸੁਣੋ। ਜਦੋਂ ਕੋਈ ਕਹਿੰਦਾ ਨਾ ਸੰਸਾਰ ਦੁੱਖਾਂ ਦਾ ਘਰ ਹੈ, ਇੱਥੇ ਤੇ ਬੇਈਮਾਨ ਲੋਕ ਵਸਦੇ ਨੇ, ਪਾਪੀ ਲੋਕ ਵਸਦੇ ਨੇ, ਇੱਥੇ ਕੋਈ ਕਿਸੇ ਦਾ ਨਹੀਂ, ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਾ ਕਰੋ, ਇੱਥੇ ਤਾਂ ਬੜੇ ਅਪਰਾਧੀ ਲੋਕ ਨੇ। ਜਦੋਂ ਇਹ ਸੁਣੋਗੇ ਤਾਂ ਫਿਰ ਇਹ ਦੁਨੀਆ ਕਿਵੇਂ ਦੀ ਲੱਗੇਗੀ? ਕਿਉਂ ਜੀ? ਬੋਲ ਕੇ ਦੱਸੋ, ਬਿਨਾਂ ਅਨਮਿਊਟ ਹੋ ਕੇ, ਕਿ ਭੈੜੀ ਲੱਗੇਗੀ ਨਾ? ਕੀ ਫਿਰ ਇਸ ਦੁਨੀਆ ਦੇ ਵਿੱਚ ਸੁੱਖ ਪਾਲੋਗੇ, ਖੁਸ਼ੀ ਮਿਲੇਗੀ? ਨਹੀਂ ਨਾ। ਤਾਂ ਨਾ ਸੁਣੋ ਇਹ, ਕਿਸੇ ਦੀ ਬਦਖੋਈ ਨਾ ਸੁਣੋ, ਝੂਠ ਨਾ ਸੁਣੋ। ਜੇ ਕੋਈ ਤੁਹਾਨੂੰ ਕਹਿੰਦਾ ਤੇਰੇ ਤੋਂ ਇਹ ਕੰਮ ਨਹੀਂ ਹੋਣਾ, ਤੁਹਾਡਾ ਬੇਟਾ ਦੁਕਾਨ ਖੋਲਣ ਲੱਗਾ, ਨਾ ਨਾ ਦੁਕਾਨ ਨਾ ਖੋਲਣ ਦਿਆ ਜੇ, ਇੱਥੇ ਸਬਜ਼ੀ ਦੀ ਦੁਕਾਨ ਥੋੜਾ ਚੱਲਣੀ। ਤੁਸੀਂ ਪੁੱਛੋ ਕਿਉਂ? ਤੇ ਉਹ ਕਵੇ ਯਾਰ ਮੇਰੇ ਛੋਟੇ ਭਰਾ ਨੇ ਇੱਥੇ ਖੋਲੀ ਸੀ, ਉਹ ਉਹਦੀ ਦੁਕਾਨ ਨਹੀਂ ਚੱਲੀ, ਤੁਸੀਂ ਆਪਣੇ ਮੁੰਡੇ ਨੂੰ ਨਾ ਖੋਲਣ ਦਿਆ। ਹੁਣ ਤੁਸੀਂ ਇਹ ਗੱਲ ਸੁਣ ਲਈ ਤੇ ਆਪਣੇ ਮੁੰਡੇ ਨੂੰ ਸਬਜ਼ੀ ਦੀ ਦੁਕਾਨ ਨਹੀਂ ਖੋਲਣ ਦਿੱਤੀ, ਕੰਮ ਖਰਾਬ ਹੋ ਗਿਆ ਨਾ। ਨਾ ਸੁਣੋ ਇਹ ਗੱਲ, ਉਹਨੂੰ ਕਹੋ ਯਾਰ ਜੇ ਤੇਰੇ ਭਰਾ ਦੀ ਦੁਕਾਨ ਨਹੀਂ ਚੱਲੀ ਤੇ ਉਹਦਾ ਮੇਰੇ ਮੁੰਡੇ ਨਾਲ ਕੀ ਸੰਬੰਧ ਹੈ ਕਿ ਉਹਦੀ ਨਹੀਂ ਚੱਲਣੀ? ਤੇਰਾ ਭਰਾ ਮੂਰਖ ਹੋਣਾ, ਤੇਰੇ ਭਰਾ ਦਾ ਵਿਹਾਰ ਠੀਕ ਨਹੀਂ ਹੋਣਾ, ਤੇਰਾ ਭਰਾ ਆਏ ਗਏ ਗਾਹਕ ਦੇ ਨਾਲ ਕੰਮ ਨਹੀਂ ਠੀਕ ਕਰਦਾ ਹੋਣਾ, ਦੁਕਾਨ ਨੂੰ ਠੀਕ ਢੰਗ ਨਾਲ ਨਹੀਂ ਚਲਾਉਂਦਾ ਹੋਣਾ, ਉਹਨੂੰ ਗਿਆਨ ਨਹੀਂ ਹੋਣਾ ਤਾਂ ਨਹੀਂ ਚੱਲੀ। ਮੇਰੇ ਮੁੰਡੇ ਦਾ ਤੇਰੇ ਮੁੰਡੇ ਨਾਲ ਕੀ ਸੰਬੰਧ? ਨਾ ਸੁਣੋ, ਨੈਗੇਟਿਵ ਬੋਲ ਨਾ ਸੁਣੋ। ਜੇ ਨਕਾਰਾਤਮਕ ਬੋਲ ਸੁਣੋਗੇ ਉਹ ਤੁਹਾਡੇ ਤੇ ਅਸਰ ਕਰਨਗੇ, ਨਕਾਰਾਤਮਕ ਹੋ ਜਾਓਗੇ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਕੋਈ ਕਿਸੇ ਦੀ ਬੁਰਾਈ ਕਰੇ, ਨਕਾਰਾਤਮਕ ਬੋਲ ਬੋਲੇ, ਤਾਂ ਕੰਨਾਂ ਦੇ ਵਿੱਚ ਗੁੱਜੇ ਦੇ ਲਵਾਂ, ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪਾਉਣ। ਜਿੰਨੇ ਮਰਜ਼ੀ ਤੁਹਾਨੂੰ ਕੋਈ ਕਵੇ ਫਲਾਣੇ ਥਾਂ ਤੀਰਥਾਂ ਤੇ ਨਹਾ ਲੋਗੇ ਤੁਹਾਨੂੰ ਸੁੱਖ ਮਿਲ ਜਾਏਗਾ, ਸੁਣੋ ਹੀ ਨਾ ਇਹ ਗੱਲ। ਕੋਈ ਕਹਿੰਦਾ ਜੋਤ ਕੋ ਨਾਰੀਅਲ ਜਗਾਣਾ, ਇਹ ਗੱਲ ਸੁਣੋ ਹੀ ਨਾ। ਕਾਹਨੂੰ ਸੁਣਨੀ? ਸੁਣੋਗੇ ਤੇ ਜਗਾਓ। ਸੁਣੋ ਹੀ ਨਾ ਕਿ ਫਲਾਣੇ ਥਾਂ ਭੂਤ ਚੰਬੜਦਾ, ਜਦੋਂ ਹੈ ਹੀ ਨਹੀਂ ਭੂਤ ਪ੍ਰੇਤ। ਜੰਤਰ ਮੰਤਰ ਦੇ ਨਾਲ ਕੁਝ ਹੁੰਦਾ ਹੀ ਨਹੀਂ, ਤੇ ਜੰਤਰ ਮੰਤਰ ਦੀ ਗੱਲ ਕਰੇ ਉਹਨੂੰ ਕੋ ਨਾ ਕਰਾਏ, ਗੱਲ ਨਾ ਕਰ, ਕੋਈ ਨਹੀਂ ਜੰਤਰ ਮੰਤਰ। ਗੁਰੂ ਜੀ ਕਹਿੰਦੇ ਨੇ ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦੇ ਮਨ ਮਾਨਿਆ। ਜੇ ਕੋਈ ਕਹਿੰਦਾ ਫਲਾਣੇ ਬੰਦੇ ਨੂੰ ਭੂਤ ਚੰਬੜ ਗਿਆ ਤੇ ਸੁਣੋ ਹੀ ਨਾ, ਜਦੋਂ ਭੂਤ ਹੈ ਹੀ ਨਹੀਂ, ਚੰਬੜ ਕਾਹਦਾ ਗਿਆ, ਸਵਾਹ ਤੇ ਕੱਟੇ ਮਿੱਟੀ ਦਾ। ਕੋਈ ਆਪਣੀ ਨੂੰਹ ਦੀ ਬਦਖੋਈ ਕਰਦਾ ਹੈ ਕਿ ਸਾਡੀ ਨੂੰਹ ਤੰਗ ਕਰਦੀ, ਤੇ ਨਾ ਸੁਣੋ ਇਹ ਗੱਲ। ਸੱਸ ਤੰਗ ਕਰਦੀ ਤੇ ਨਾ ਸੁਣੋ। ਜੇ ਕੋਈ ਮਾਈ ਕਵੇ ਨਾ ਮੇਰੀ ਨੂੰਹ ਤੰਗ ਕਰਦੀ, ਉਹਨੂੰ ਕਹੋ ਹਾਂ ਭੈਣ ਠੀਕ ਹੈ, ਕੋਈ ਨਾ, ਆ ਜਰਾ ਆਪਣਾ ਨੂੰਹ ਦਾ ਨੰਬਰ ਦਿਓ ਤੇ ਮੈਂ ਮਿਲਾਣਾ, ਤੇ ਮੈਂ ਜਰਾ ਸਪੀਕਰ ਔਨ ਕਰਨਾ, ਸਪੀਕਰ ਔਨ ਕਰਕੇ ਗੱਲ ਕਰੇਂਗੀ। ਤੇ ਜੇ ਕਵੇ ਨਹੀਂ ਤੇ ਫਿਰ ਕਹੋ ਬਤਾ। ਨਾ ਸੁਣੋ ਕਿਸੇ ਦੀ ਨਿੰਦਿਆ, ਨਾ ਸੁਣੋ ਕਿਸੇ ਦਾ ਝੂਠ, ਨਾ ਸੁਣੋ ਫਰੇਬ, ਨਾ ਸੁਣੋ ਨਕਾਰਾਤਮਕ ਗੱਲ। ਗੁਰਮਤ ਤੋਂ ਉਲਟ ਗੱਲ ਸੁਣੋ ਹੀ ਨਾ। ਜਦੋਂ ਗੁਰੂ ਜੀ ਕਹਿੰਦੇ ਨੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੁਰਾਨੰ, ਤਾਂ ਦੇਹਧਾਰੀਆਂ ਦੀ ਗੱਲ ਕਿਉਂ ਸੁਣਨੀ? ਝੂਠ ਫਰੇਬ ਕਿਉਂ ਸੁਣਨੇ? ਪੋਜ਼ਿਟਿਵ ਗੱਲ ਸੁਣੋ, ਸਕਾਰਾਤਮਕ ਸੁਣੋ, ਰੱਬ ਦੀ ਗੱਲ ਸੁਣੋ, ਗੁਰੂ ਦੀ ਗੱਲ ਸੁਣੋ। ਇਹ ਸੁਣੋ ਕਿ ਇਹ ਸੰਸਾਰ ਬੜਾ ਸੁਹਾਵਣਾ ਹੈ, ਇੱਥੇ ਚਾਰ ਚਫੇਰੇ ਖੁਸ਼ੀਆਂ ਨੇ, ਇੱਥੇ ਸਫਲਤਾ ਦੇ ਮੌਕੇ ਨੇ, ਮੇਰੇ ਅੰਦਰ ਰੱਬੀ ਗੁਣ ਨੇ, ਮੈਂ ਹਰ ਕੰਮ ਕਰ ਸਕਦਾ ਹਾਂ, ਮੈਨੂੰ ਰੱਬ ਨੇ ਸਮਰੱਥਾ ਬਖਸ਼ੀ ਹੈ, ਮੈਂ ਤੰਦਰੁਸਤ ਹਾਂ, ਮੈਂ ਸ਼ੁਭ ਇਨਸਾਨ ਹਾਂ, ਮੇਰੇ ਵਿਚਾਰ ਬੜੇ ਚੰਗੇ ਨੇ, ਮੈਂ ਸਫਲਤਾ ਵਾਸਤੇ ਜੰਮਿਆ ਹਾਂ, ਮੈਂ ਚੰਗੇ ਕਰਮ ਕਰਨੇ ਨੇ। ਇਹ ਸੁਣੋ, ਇਹ ਬੋਲੋ। ਸਾਚੈ ਸੁਣਨੇ ਨੂੰ ਪਠਾਏ, ਸ਼ਰੀਰ ਲਾਏ, ਸੁਣੋ ਸਤ ਬਾਣੀ, ਸੱਚੀ ਗੱਲ ਸੁਣੋ, ਸਿਰਫ ਸੱਚ ਸੁਣੋ। ਤੇ ਜੇ ਅਸੀਂ ਇਹ ਨਜ਼ਰੀਆ ਆਪਣਾ ਬਣਾ ਲਈਏ ਸੁਣਨ ਦਾ, ਤਾਂ ਦੱਸੋ ਜ਼ਿੰਦਗੀ ਵਿੱਚ ਕੋਈ ਪ੍ਰੋਬਲਮ ਰਹਿ ਜਾਏਗੀ? ਯਾਦ ਰੱਖਣਾ, ਜਿਹੜਾ ਬੰਦਾ ਤੁਹਾਡੇ ਕੋਲ ਆਣ ਕੇ
ਕਿਸੇ ਦੀ ਚੁਗਲੀ ਕਰਦਾ ਹੈ ਨਾ ਤੇ ਤੁਸੀਂ ਸੁਣ ਰਹੇ ਹੋ, ਤੁਹਾਡੀਆਂ ਕੱਛਾਂ ਚੋਂ ਹਾਸਾ ਵਗਦਾ ਹੈ ਪਿਆ ਕਿਸੇ ਦੀ ਚੁਗਲੀ ਸੁਣ ਕੇ, ਤੇ ਖੁਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਉਸ ਬੰਦੇ ਨੂੰ ਚੁਗਲੀ ਕਰਨ ਦੀ ਆਦਤ ਹੈ, ਦੂਜੇ ਕੋਲ ਜਾ ਕੇ ਤੁਹਾਡੀ ਮਿੱਟੀ ਪਲੀਤ ਕਰੇਗਾ। ਇਸ ਲਈ ਉਹਨੂੰ ਉੱਥੇ ਹੀ ਰੋਕ ਦਿਓ। ਜੇ ਕੋਈ ਤੁਹਾਡੇ ਕੋਲ ਆਣ ਕੇ ਕਿਸੇ ਦੀ ਬਦਖੋਈ ਕਰੇ ਤੇ ਉਹਦੇ ਅੱਗੇ ਪਹਿਲਾ ਸਵਾਲ ਪੁੱਛੋ ਕਿ ਉਹਨੇ ਗੱਲ ਤੈਨੂੰ ਹੀ ਕਿਉਂ ਕਹੀ, ਦੂਜੇ ਨੂੰ ਕਿਉਂ ਨਹੀਂ ਕਹੀ, ਕਿਉਂਕਿ ਦੂਜਾ ਚੁਗਲੀਆਂ ਸੁਣਦਾ ਹੀ ਨਹੀਂ, ਤੂੰ ਸੁਣਨਾ ਤਾਂ ਨਾ ਸੁਣੋ। ਅਗਲਾ ਬਚਨ ਕਰਦੇ ਨੇ, ਜਿਤ ਸੁਣੀ ਮਨ ਤਨ ਹਰਿਆ ਹੋਆ। ਹੁਣ ਬਾਣੀ ਕਿਉਂ ਸੁਣਨੀ ਹੈ? ਗੁਣਾਂ ਦੀ ਗੱਲ ਕਿਉਂ ਸੁਣਨੀ ਹੈ? ਸੱਚੀ ਗੱਲ ਕਿਉਂ ਸੁਣਨੀ ਹੈ? ਰੱਬ ਦੀ ਸਿਫਤ ਸਲਾਹ ਕਿਉਂ ਸੁਣਨੀ ਹੈ? ਗੁਰੂ ਦੀ ਵਿਚਾਰਧਾਰਾ ਸੁਣਨ ਦੇ ਨਾਲ ਹੋਏਗਾ ਕੀ ਮਿਲੇਗਾ? ਜੇਤ ਸੁਣੀ ਮਨ ਤਨ ਹਰਿਆ ਹੋਆ। ਗੁਰੂ ਦੀ ਬਾਣੀ ਸੁਣਨ ਦੇ ਨਾਲ ਮਨ ਵੀ ਹਰਾ ਹੋ ਜਾਏਗਾ, ਤਨ ਵੀ ਹਰਾ ਹੋ ਜਾਏਗਾ। ਤੁਹਾਡੇ ਸਬਕੌਂਸ਼ੀਅਸ ਦੇ ਅੰਦਰ ਸ਼ੁਭ ਗੁਣ ਜਾਣਗੇ, ਪੋਜ਼ਿਟਿਵ ਵਿਚਾਰ ਜਾਣਗੇ, ਚੜ੍ਹਦੀ ਕਲਾ ਵਾਲੇ ਵਿਚਾਰ ਜਾਣਗੇ, ਤੇ ਉਹਦੇ ਨਾਲ ਤਨ ਵੀ ਹਰਾ ਹੋਏਗਾ, ਤਨ ਦੇ ਅੰਦਰ ਵੀ ਤਾਕਤ ਆਏਗੀ। ਜੇ ਤੁਸੀਂ ਕਹਿੰਦੇ ਹੋ ਕਿ ਹਾਂ ਮੇਰੇ ਵਿੱਚ ਹਰ ਕੰਮ ਕਰਨ ਦੀ ਤਾਕਤ ਹੈ, ਮੇਰਾ ਵਿਹਾਰ ਬੜਾ ਚੰਗਾ ਹੈ, ਮੇਰੇ ਬੋਲ ਬੜੇ ਪਿਆਰੇ ਨੇ, ਮੈਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦਾ ਹਾਂ, ਮੈਂ ਆਪਣਾ ਟਾਈਮ ਨਾਲ ਕੰਮ ਕਰਦਾ ਹਾਂ, ਕੰਮ ਕਰਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਜਦੋਂ ਤੁਹਾਡੇ ਮਨ ਦੇ ਵਿੱਚ ਇਹ ਸੋਚ ਹੋਏਗੀ ਤੇ ਤਨ ਫਿਰ ਕੀ ਕਰੇਗਾ? ਤਨ ਦੇ ਵਿੱਚ ਵੀ ਉਤਸ਼ਾਹ ਭਰੇਗਾ, ਤਨ ਵੀ ਅਰੋਗ ਹੋਏਗਾ। ਤੁਸੀਂ ਕਹੋਗੇ ਮੇਰਾ ਜੀ ਕਰਦਾ ਸੈਰ ਕਰਨ ਤੇ ਮੈਂ ਸੈਰ ਕਰਨਾ, ਤੁਸੀਂ ਸੈਰ ਕਰਨ ਜਾਓਗੇ, ਕਸਰਤ ਕਰੋਗੇ, ਕੰਮ ਕਰੋਗੇ, ਤੁਹਾਡਾ ਤਨ ਵੀ ਖਰਾ ਭਰਾ ਹੋਏਗਾ। ਤਨ ਦੇ ਅੰਦਰ ਵੀ ਤੁਹਾਡੇ ਅੰਦਰ ਬਲ ਆਏਗਾ। ਜਦੋਂ ਅੰਦਰ ਵਿਲ ਪਾਵਰ ਹੋਏਗੀ, ਤਨ ਵੀ ਉਹ ਕੰਮ, ਤਨ ਵੀ ਖੁਸ਼ ਰਹੇਗਾ। ਤੇ ਜੇ ਨੈਗੇਟਿਵਿਟੀ ਦੇ ਵਿਚਾਰ ਸੁਣੋਗੇ, ਤਨ ਵੀ ਬਿਮਾਰ ਹੋਏਗਾ। ਮੈਂ ਕੱਲ ਬੇਨਤੀ ਕੀਤੀ ਸੀ ਨਾ ਕਿ ਜੋ ਪਲੇਜ਼ੈਂਟ ਇਮੋਸ਼ਨਸ ਨੇ ਉਹ ਸਾਨੂੰ ਤੰਦਰੁਸਤ ਕਰਦੇ ਨੇ, ਤੇ ਅਨਪਲੇਜ਼ੈਂਟ ਇਮੋਸ਼ਨਸ ਸਾਡੀ ਜ਼ਿੰਦਗੀ ਦੇ ਅੰਦਰ ਰੋਗ ਪੈਦਾ ਕਰਦੇ। ਇਸ ਲਈ ਜਿਤ ਸੁਣੀ ਮਨ ਤਨ ਹਰਿਆ ਹੋਆ, ਤਨ ਔਰ ਮਨ ਅਰੋਗ ਹੋਏਗਾ। ਰਸਨਾ ਰਸ ਸਮਾਣੀ, ਇੱਥੇ ਰਸ ਤੇ ਸੱਸੇ ਨਾਲੇ ਸਿਹਾਰੀ, ਰਸ ਵਿੱਚ ਤੁਹਾਡੀ ਜ਼ਬਾਨ ਵੀ ਰਸ ਦੇ ਅੰਦਰ ਸਮਾ ਜਾਏਗੀ। ਤੁਹਾਡੀ ਜ਼ਬਾਨ ਤੋਂ ਮਿੱਠੇ ਬੋਲ, ਜਿਹੋ ਜਿਹੇ ਸੁਣੋਗੇ ਉਹ ਜਿਹਾ ਬੋਲੋ। ਜੇ ਪੋਜ਼ਿਟਿਵ ਸੁਣਦੇ ਹੋ, ਤੁਹਾਡੀ ਆਦਤ ਪੋਜ਼ਿਟਿਵ ਸੁਣਨ ਦੀ ਹੈ, ਤਾਂ ਪੋਜ਼ਿਟਿਵ ਬੋਲ ਬੋਲੋ। ਪਿਆਰ ਵਾਲੇ ਬੋਲ ਸੁਣਦੇ ਹੋ, ਤੁਹਾਡੇ ਅੰਦਰ ਪਿਆਰ ਭਰਿਆ ਪਿਆ, ਤਾਂ ਤੁਹਾਡੀ ਰਸਨਾ ਵੀ ਪਿਆਰ ਦੇ ਅੰਦਰ ਸਮਾ ਜਾਏਗੀ। ਪਿਆਰ ਵਾਲੇ ਬੋਲ ਨਿਕਲਣਗੇ, ਮਿੱਠੇ ਬੋਲ ਨਿਕਲਣਗੇ, ਪੋਜ਼ਿਟਿਵ ਬੋਲ ਨਿਕਲਣਗੇ, ਗੁਰਮਤ ਵਾਲੇ ਬੋਲ ਨਿਕਲਣਗੇ, ਆਨੰਦ ਵਾਲੇ ਬੋਲ ਨਿਕਲਣਗੇ। ਤੁਹਾਡੀ ਰਸਨਾ ਵੀ ਰਸ ਵਿੱਚ ਸਮਾ ਜਾਏਗੀ। ਰਹੀਮ ਜੀ ਦਾ ਇੱਕ ਦੋਹਾ ਹੈ, ਉਹ ਕਹਿੰਦਾ ਐਸੀ ਬਾਣੀ ਬੋਲੀ ਹੈ, ਮਨ ਕਾ ਆਪਾ ਖੋਏ, ਔਰਨ ਹੂ ਸ਼ੀਤਲ ਕਰੇ ਆਪੋ ਸ਼ੀਤਲ ਹੋਏ। ਜਦੋਂ ਬੋਲਣਾ ਹੈ ਜ਼ਬਾਨ ਨਾਲ ਤੇ ਐਸੇ ਬੋਲ ਬੋਲੋ, ਹੰਕਾਰ ਗਵਾ ਕੇ ਨਿਮਰਤਾ ਨਾਲ ਮਿੱਠੇ, ਕਿ ਤੁਹਾਡਾ ਆਪਣਾ ਆਪਾ ਵੀ ਠੰਡਾ ਠਾਰ ਰਵੇ, ਔਰ ਜਿਹੜਾ ਤੁਹਾਡੇ ਬੋਲਾਂ ਨੂੰ ਸੁਣੇ ਉਹਦੇ ਮਨ ਵਿੱਚ ਵੀ ਖੁਸ਼ੀਆਂ ਪੈਦਾ ਹੋਵੇ, ਉਹ ਵੀ ਠੰਡਾ ਠਾਰ ਹੋ ਜਾਏ। ਕਿ ਤੁਸੀਂ ਐਸੇ ਬੋਲ ਬੋਲੋ ਕਿ ਤੁਸੀਂ ਆਪ ਵੀ ਸੜੇ ਬਲੇ ਹੋ, ਆਨੇ ਤੁਹਾਡੇ ਬਾਹਰ ਆਏ ਹੋਣ, ਮੂੰਹ ਤੁਹਾਡਾ ਲਾਲ ਹੋਇਆ ਹੋਵੇ, ਤਿਊੜੀਆਂ ਤੁਹਾਨੂੰ ਪਈਆਂ ਹੋਣ, ਤੇ ਅਗਲਾ ਵੀ ਤੁਹਾਡੇ ਬੋਲ ਸੁਣ ਕੇ ਤੇ ਡਾਂਗ ਕੱਸ ਲੈ ਵੀ ਖਲੋ, ਮੈਂ ਤੈਨੂੰ ਹੁਣ ਸੇਕਾ ਲਾ ਕੇ ਭੇਜਣਾ, ਤਾਂ ਉਹਦਾ ਫਾਇਦਾ ਕੀ ਹੈ? ਬੋਲ ਨੇ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੇ ਸੱਚ ਸੁਣੋਗੇ, ਗੁਰੂ ਦੀ ਬਾਣੀ ਸੁਣੋਗੇ ਇਹ ਮੇਰੇ ਕੰਨੋਂ, ਤਾਂ ਇਹ ਤਨ ਵੀ ਠੰਡਾ ਠਾਰ ਹੋ ਜਾਏਗਾ, ਮਨ ਵੀ ਸ਼ੀਤਲ ਹੋ ਜਾਏਗਾ, ਤਨ ਵਿੱਚ ਖੁਸ਼ੀ ਆਏਗੀ, ਮਨ ਵਿੱਚ ਖੁਸ਼ੀ ਆਏਗੀ, ਮਨ ਅਰੋਗ ਹੋਏਗਾ, ਤਨ ਅਰੋਗ ਹੋਏਗਾ। ਇਹ ਜਿਹੜੀ ਜ਼ਬਾਨ ਹੈ ਇਹ ਰਸ ਅੰਦਰ ਸਮਾ ਜਾਏਗੀ, ਇਹਦੇ ਅੰਦਰ ਵੀ ਰਸਮਈ ਬੋਲ ਪੈਦਾ ਹੋਗਾ। ਸੱਚ ਅਲਖ ਵਿਡਾਣੀ, ਸੱਚ ਜਿਹੜਾ ਹੈ ਉਹ ਰੱਬ ਜਿਹੜਾ ਹੈ ਉਹ ਅਲਖ ਲਖਨ ਤੋਂ ਪਰੇ ਹੈ। ਵਿਡਾਣੀ ਦਾ ਮਤਲਬ ਅਚਰਜ ਹੈ, ਉਹ ਤੁਹਾਡੇ ਅੰਦਰ ਸਮਾ ਜਾਏਗਾ। ਤਾਂ ਕਿ ਗਤ ਕਹੀ ਨਾ ਜਾਏ, ਉਹਦੀ ਉੱਚੀ ਅਵਸਥਾ ਕਹੀ ਨਹੀਂ ਜਾ ਸਕਦੀ। ਮਹਾਨ ਹੈ ਸੱਚ, ਸਭ ਤੋਂ ਮਹਾਨ ਹੈ ਰੱਬ, ਸਭ ਤੋਂ ਮਹਾਨ ਹੈ ਰੱਬ ਦਾ ਕੋਈ ਅੰਤ ਥੋੜਾ ਪਾ ਸਕਦਾ। ਤੇ ਜੇ ਅਸੀਂ ਉਸ ਰੱਬ ਦੀ ਸਿੱਖ ਸੁਣਾਂਗੇ, ਸੱਚ ਦੀ ਗੱਲ ਸੁਣਾਂਗੇ, ਸਾਡੇ ਸਬਕੌਂਸ਼ੀਅਸ ਅੰਦਰ ਸੱਚ ਜਾਏਗਾ। ਜੇ ਮਨ ਬਚਨ ਔਰ ਕਰਮ ਕਰਕੇ ਅਸੀਂ ਸੱਚੇ ਹੋ ਜਾਵਾਂਗੇ, ਤਾਂ ਅਸੀਂ ਵੀ ਰੱਬ ਵਰਗੇ ਹੋ ਜਾਵਾਂਗੇ। ਜਿਵੇਂ ਜਪਜੀ ਸਾਹਿਬ ਵਿੱਚ ਅਸੀਂ ਵਿਚਾਰ ਕੀਤੀ ਸੀ ਨਾ,
ਕਿ ਸਚਿਆਰਾ ਹੋਈਏ। ਸਾਡੀ ਜ਼ਿੰਦਗੀ ਦਾ ਏਮ ਹੀ ਇਹ ਹੈ ਕਿ ਅਸੀਂ ਸਚਿਆਰ ਹੋਣਾ ਹੈ। ਤੇ ਰੱਬ ਨੂੰ ਵੀ ਗੁਰੂ ਜੀ ਸਚਿਆਰ ਕਹਿ ਰਹੇ ਨੇ, ਤੂੰ ਕਰਤਾ ਸਚਿਆਰ ਮੈਂਦਾ ਸਾਈਂ। ਸਚਿਆਰ ਹੈ ਨਾ ਰੱਬ, ਤੇ ਰੱਬ ਦੀ ਉੱਚਤਾ ਕਹੀ ਨਹੀਂ ਜਾਂਦੀ। ਜੇ ਤੁਸੀਂ ਮੇਰੇ ਕੰਨੋਂ ਸੱਚ ਸੁਣੋਗੇ, ਮਨ ਤਨ ਹਰਿਆ ਭਰਿਆ ਹੋ ਜਾਏਗਾ, ਤਾਂ ਜਿਹੜਾ ਮੇਰਾ ਮਨ ਹੈ ਜਾਂ ਮੇਰੀ ਜੋ ਸੋਚ ਹੈ ਰੱਬ ਵਰਗੀ ਹੋ ਜਾਏਗੀ। ਸਚਿਆਰ ਤੇ ਸਚਿਆਰ ਬੰਦੇ ਦੀ ਉੱਚੀ ਅਵਸਥਾ ਕਹੀ ਨਹੀਂ ਜਾਂਦੀ। ਕਿਵੇਂ ਮਹਾਨਤਾ ਬਿਆਨ ਕਰ ਲੋਗੇ ਭਾਈ ਮਤੀ ਦਾਸ, ਭਾਈ ਸਤੀ ਦਾਸ? ਕਿਵੇਂ ਮਹਾਨਤਾ ਬਿਆਨ ਕਰ ਲੋਗੇ ਭਾਈ ਕਨਈਏ ਦੀ, ਜਿਹੜਾ ਮੈਦਾਨੇ ਜੰਗ ਵਿੱਚ ਵੀ ਸਾਰਿਆਂ ਨੂੰ ਪਾਣੀ ਪਿਲਾ ਰਿਹਾ ਹੈ? ਕਿਵੇਂ ਮਹਾਨਤਾ ਬਿਆਨ ਕਰ ਲੋਗੇ ਭਗਤ ਪੂਰਨ ਸਿੰਘ ਦੀ, ਜੋ ਸਾਰੀ ਜ਼ਿੰਦਗੀ ਲੋਕ ਸੇਵਾ ਦੇ ਵਿੱਚ ਹਾਜ਼ਰ ਹੋਇਆ? ਬਿਆਨ ਕੀਤੀ ਜਾ ਸਕਦੀ। ਮੈਂ ਵੀ ਵੈਸਾ ਹੋ ਸਕਦਾ ਪਿਆਰਿਓ, ਤੁਸੀਂ ਵੀ ਹੋ ਸਕਦੇ ਹੋ। ਕਿਵੇਂ ਹੋਵਾਂਗੇ? ਜੇ ਸੱਚ ਸੁਣਨ ਦੀ ਆਦਤ ਪਾਵਾਂਗੇ, ਜੇ ਵੇਖਣ ਦਾ ਨਜ਼ਰੀਆ ਬਦਲਾਂਗੇ। ਸਿਰਫ ਨਜ਼ਰੀਆ ਚੇਂਜ ਕਰਨਾ ਹੈ। ਨਜ਼ਰੀਆ ਚੇਂਜ ਕਰਨ ਦੇ ਨਾਲ ਇੰਨਾ ਕੁਝ ਮਿਲ ਜਾਏਗਾ। ਅਖੀਰ ਵਿੱਚ ਕਹਿੰਦੇ ਨੇ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ। ਮ੍ਰਿਤ ਦਾ ਮਤਲਬ ਹੁੰਦਾ ਹੈ ਮੌਤ, ਤੇ ਅੰਮ੍ਰਿਤ ਦਾ ਮਤਲਬ ਹੁੰਦਾ ਹੈ ਮੌਤ ਤੋਂ ਰਹਿਤ। ਨਾਮ ਦਾ ਮਤਲਬ ਸੱਚ, ਆਤਮਿਕ ਜੀਵਨ ਦੇਣ ਵਾਲੇ ਸੱਚ ਦੀ ਗੱਲ ਸੁਣੋ, ਜੋ ਤੁਹਾਨੂੰ ਜੀਵਨ ਦੇਵੇਗਾ। ਦੇਖੋ ਮੌਤ ਕੀ ਹੈ? ਆਤਮਿਕ ਮੌਤ। ਜਦੋਂ ਅਸੀਂ ਕਿਸੇ ਦੀ ਬਦਖੋਈ ਸੁਣਦੇ ਹਾਂ, ਉਦੋਂ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਯਾਦ ਰੱਖਣਾ, ਕਿਸੇ ਦੀ ਧੀ ਭੈਣ ਦੇ ਖਿਲਾਫ ਜਾਂ ਕਦੋਂ ਅਸੀਂ ਗੱਲਾਂ ਸੁਣ ਕੇ ਖੁਸ਼ ਹੁੰਦੇ ਹਾਂ ਨਾ, ਉਦੋਂ ਇਨਸਾਨੀਅਤ ਮਰ ਗਈ ਹੁੰਦੀ ਹੈ। ਜਿਹੜਾ ਕਿਸੇ ਦੀ ਐਸੀ ਬਦਖੋਈ ਝੂਠੀ ਕਰ ਰਿਹਾ ਹੁੰਦਾ ਹੈ, ਇਨਸਾਨੀਅਤ ਮਰ ਗਈ ਹੁੰਦੀ ਹੈ। ਜਿਹੜਾ ਝੂਠ ਬੋਲ ਰਿਹਾ ਹੈ, ਉਹਦੇ ਅੰਦਰੋਂ ਇਨਸਾਨੀਅਤ ਮਰ ਗਈ ਹੈ, ਤੇ ਜਿਹੜਾ ਝੂਠ ਸੁਣ ਰਿਹਾ ਹੈ, ਮਰੀ ਉਹਦੇ ਅੰਦਰੋਂ ਨਹੀਂ ਗਈ। ਇਸ ਲਈ ਸੱਚ ਬੋਲਾਂਗੇ, ਪਿਆਰ ਵਾਲੇ ਬੋਲ ਬੋਲਾਂਗੇ, ਪਰਉਪਕਾਰ ਦੇ ਬੋਲ ਬੋਲਾਂਗੇ, ਸਾਡੇ ਅੰਦਰ ਇਨਸਾਨੀਅਤ ਜਿੰਦਾ ਰਹੇਗੀ। ਤੇ ਜੇ ਅਸੀਂ ਪਿਆਰ ਵਾਲੇ ਸੱਚੇ ਗੁਰੂ ਦੇ ਬੋਲ ਬੋਲਾਂਗੇ, ਸੁਣਾਂਗੇ, ਤਾਂ ਸਾਡੇ ਅੰਦਰ ਇਨਸਾਨੀਅਤ ਜਿੰਦਾ ਹੋਏਗੀ, ਆਤਮਿਕ ਜੀਵਨ ਮਿਲੇਗਾ। ਇਸ ਲਈ ਗੁਰੂ ਜੀ ਕਹਿੰਦੇ ਹਨ, ਐ ਮੇਰੇ ਕੰਨੋਂ ਐਸੇ ਬੋਲ ਸੁਣੋ ਜਿਨ੍ਹਾਂ ਦੇ ਨਾਲ ਇਨਸਾਨੀਅਤ ਪੈਦਾ ਹੋਵੇ, ਜ਼ਮੀਰ ਜਾਗੇ, ਤੁਹਾਡੀ ਸੋਚ ਰੱਬ ਵਰਗੀ ਹੋ ਜਾਏ। ਇਹੋ ਜਿਹੇ ਬੋਲ ਸੁਣੋ। ਕਿਉਂ ਇਹੋ ਜਿਹੇ ਬੋਲ ਸੁਣਦੇ ਹੋ ਜਿਨ੍ਹਾਂ ਨਾਲ ਜ਼ਮੀਰ ਹੀ ਮਰ ਜਾਏ, ਜਿਨ੍ਹਾਂ ਦੇ ਨਾਲ ਇਨਸਾਨੀਅਤ ਹੀ ਖਤਮ ਹੋ ਜਾਏ। ਇਸ ਲਈ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਆਤਮਿਕ ਜੀਵਨ ਦੇਣ ਵਾਲੇ ਸ਼ੁਭ ਗੁਣਾਂ ਦੀ ਗੱਲ ਸੁਣੋ, ਪਵਿੱਤਰ ਹੋਵੋ, ਤੇ ਤੁਸੀਂ ਪਵਿੱਤਰ ਹੋ ਜਾਓ। ਅਸੀਂ ਆਪਣੇ ਘਰ ਨੂੰ ਸਾਫ਼ ਰੱਖਦੇ ਹਾਂ, ਤੇ ਕੰਨਾਂ ਨੂੰ ਕਿਉਂ ਅਪਵਿੱਤਰ ਕਰਨਾ? ਚੁਗਲੀ, ਨਿੰਦਾ, ਝੂਠ, ਪਾਪਾ। ਸੱਚ ਹੈ ਸੁਣਨੇ ਨੂੰ ਪਠਾਏ। ਗੁਰੂ ਜੀ ਕਹਿੰਦੇ ਨੇ, ਤੁਹਾਨੂੰ ਸੱਚ ਸੁਣਨ ਵਾਸਤੇ ਸਰੀਰ ਦੇ ਨਾਲ ਲਗਾਇਆ ਹੈ। ਇਸ ਲਈ ਡਿਊਟੀ ਹੈ ਸੱਚ ਸੁਣੋ, ਆਤਮਿਕ ਜੀਵਨ ਦੇਣ ਵਾਲੇ ਬੋਲ ਬੋਲੋ। ਇਹ ਆਨੰਦ ਦਾ ਮੂਲ ਹੈ। ਜੋ ਕੁਝ ਤੁਸੀਂ ਆਪਣੇ ਅੰਦਰ ਪਾਓਗੇ, ਉਹ ਬਾਹਰ ਆਏਗਾ। ਜੈਸੀ ਇਨਪੁਟ ਵੈਸੀ ਆਊਟਪੁੱਟ। ਇਹਨੂੰ ਕਹਿੰਦੇ ਨੇ, ਜਿਹਾ ਬੀਜੈ ਸੋ ਲੁਣੈ। ਜਿਹੋ ਜਿਹਾ ਬੀਜੋਗੇ, ਕੰਨਾਂ ਰਾਹੀਂ ਜੋ ਬੀਜ ਰਹੇ ਹੋ, ਉਹ ਵੱਢਣਾ ਪਵੇਗਾ। ਜੇ ਅੱਜ ਕੋਈ ਬੰਦਾ ਕੈਮਿਸਟਰੀ ਦਾ ਮਾਸਟਰ ਹੈ, ਤਾਂ ਉਹ ਕੈਮਿਸਟਰੀ ਦਾ ਮਾਸਟਰ ਤਾਂ ਬਣਿਆ ਕਿ ਉਹਨੇ ਸਕੂਲ, ਕਾਲਜ, ਯੂਨੀਵਰਸਿਟੀ ਵਿੱਚ ਆਪਣੇ ਮਾਸਟਰ, ਪ੍ਰੋਫੈਸਰ ਦੇ ਲੈਕਚਰ ਸੁਣੇ ਨੇ। ਜੇ ਅੱਜ ਕੋਈ ਇਤਿਹਾਸਕਾਰ ਹੈ, ਤੇ ਉਹਨੇ ਇਤਿਹਾਸ ਦੇ ਲੈਕਚਰ ਸੁਣੇ ਨੇ, ਉਧਰ ਕੰਮ ਕੀਤਾ ਹੈ, ਇਸ ਕਰਕੇ ਉਹ ਬਣਿਆ। ਤੇ ਜੇ ਅੱਜ ਮੈਂ ਨਿੰਦਕ ਹਾਂ, ਜੇ ਮੇਰੀ ਅੱਜ ਬਿਰਤੀ ਮਾੜੀ ਹੈ, ਮੇਰੇ ਅੰਦਰ ਵੈਰ ਵਿਰੋਧ ਹੈ, ਈਰਖਾ ਦ્વેਸ਼ ਹੈ, ਮੇਰ ਤੇਰ ਦੇ ਵਿਤਕਰੇ ਨੇ, ਤਾਂ ਨੇ ਕਿਉਂਕਿ ਮੇਰੇ ਕੰਨਾਂ ਵਿੱਚ ਇਹੋ ਜਿਹੇ ਬੋਲ ਪਏ ਨੇ। ਉਹਦਾ ਦੋਸ਼ੀ ਮੈਂ ਆ। ਜਿਹੜਾ ਬੋਲ ਰਿਹਾ ਉਹ ਤੇ ਦੋਸ਼ੀ ਹੈ ਹੀ ਹੈ, ਲੇਕਿਨ ਦੋਸ਼ੀ ਘੱਟ ਮੈਂ ਵੀ ਨਹੀਂ। ਤਾਂ ਇਸ ਸਮਾਜ ਦੇ ਅੰਦਰ ਜੋ ਬੁਰਾਈਆਂ ਪੈਦਾ ਹੋ ਗਈਆਂ ਨੇ, ਉਹਦੇ ਵਿੱਚ ਦੋਸ਼ੀ ਅਸੀਂ ਤੇ ਹਾਂ ਜੋ ਸੁਣ ਰਹੇ ਹਾਂ। ਤੇ ਯਾਦ ਰੱਖਣਾ, ਜਦੋਂ ਅਸੀਂ ਇਹੋ ਜਿਹੇ ਮਾੜੇ ਬੋਲ ਬੋਲਦੇ ਹਾਂ ਤੇ ਬੁਰਾਈਆਂ ਫੈਲਾਉਣ ਦੇ ਦੋਸ਼ੀ ਅਸੀਂ ਹਾਂ, ਲੋਕਾਂ ਦੇ ਕੰਨਾਂ ਵਿੱਚ ਇਹ ਗੱਲਾਂ ਪਾ ਰਹੇ ਹਾਂ। ਇਹਦੇ ਵਿੱਚ ਸਾਡਾ ਵੀ ਦੋਸ਼ ਹੈ, ਹਰ ਬੰਦੇ ਦਾ ਦੋਸ਼ ਹੈ। ਜਿਹੜਾ ਵੀ ਬੰਦਾ ਨੈਗੇਟਿਵ ਬੋਲਦਾ ਹੈ ਜਾਂ ਸੁਣਦਾ ਹੈ, ਉਹ ਦੋਸ਼ੀ ਹੈ। ਇਨਸਾਨ ਅਖਵਾਨ ਦਾ ਹੱਕਦਾਰ ਨਹੀਂ ਹੈ ਭਾਈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ
ਦੁਨੀਆ ਭਰ ਤੱਕ ਪਹੁੰਚੇ, ਇਹ ਸੰਸਾਰ ਸਵਰਗ ਬਣੇ, ਸਾਡੀ ਜ਼ਿੰਦਗੀ ਵਿੱਚ ਆਨੰਦ ਪੈਦਾ ਹੋਵੇ, ਅਸੀਂ ਆਨੰਦਮਈ ਜ਼ਿੰਦਗੀ ਜੀਵੀਏ, ਤਾਂ ਅੱਖਾਂ ਦਾ ਨਜ਼ਰੀਆ ਵੇਖਣ ਵਾਲਾ ਉਹ ਅਪਣਾਓ ਜੋ ਗੁਰੂ ਅਮਰਦਾਸ ਜੀ ਸਾਨੂੰ ਦੇ ਰਹੇ ਨੇ। ਕੰਨਾਂ ਦੇ ਨਾਲ ਸੁਣਨ ਦਾ ਉਹ ਨਜ਼ਰੀਆ ਅਪਣਾਓ, ਆਪਣੀ ਸਰੋਤ ਨੂੰ ਬਦਲੋ, ਜ਼ਿੰਦਗੀ ਵਿੱਚ ਆਨੰਦ ਪੈਦਾ ਹੋ ਜਾਏਗਾ। ਸਿੰਪਲ ਗੱਲ ਹੈ, ਬਹੁਤ ਸੌਖਾ ਜਿਹਾ ਕੰਮ ਹੈ, ਕੇਵਲ ਸਾਨੂੰ ਭਟਕਾਇਆ ਗਿਆ ਹੈ, ਅਸੀਂ ਭਟਕੇ ਹੋਏ ਹਾਂ। ਤਾਂ ਜ਼ਰੂਰਤ ਹੈ, ਬਿਲਕੁਲ ਸਾਧਾਰਨ ਗੱਲ ਹੈ, ਆਮ ਬੰਦੇ ਵਾਸਤੇ ਹੈ ਇਹ ਚੀਜ਼ਾਂ। ਅਸੀਂ ਕਹਿੰਦੇ ਹਾਂ ਜੀ ਸਾਨੂੰ ਬਾਣੀ ਦੀ ਸਮਝ ਹੀ ਨਹੀਂ ਆਉਂਦੀ। ਸਾਡੇ ਬਾਬੇ ਕਹਿ ਦੇਣਗੇ ਜੀ ਬਾਣੀ ਦੇ ਅਰਥ ਹਰ ਬੰਦਾ ਥੋੜਾ ਕਰ ਸਕਦਾ ਹੈ। ਉਹ ਤੇ ਉਹੀ ਕਰ ਸਕਦਾ ਜਿਹਨੇ ਲੰਬਾ ਚੋਲਾ ਪਾਇਆ ਹੈ, ਜਿਹੜਾ ਬਾਬਾ ਬਣ ਗਿਆ ਹੈ, ਉਹ ਹੀ ਕਰ ਸਕਦਾ। ਕਰ ਕਿਉਂ ਨਹੀਂ ਸਕਦਾ ਯਾਰ? ਬਾਣੀ ਤੇ ਗੁਰੂ ਜੀ ਨੇ ਸਾਰਿਆਂ ਵਾਸਤੇ ਉਚਾਰਨ ਕੀਤੀ ਹੈ, ਆਮ ਬੰਦੇ ਵਾਸਤੇ, ਆਮ ਬੋਲੀ ਵਿੱਚ, ਆਮ ਸਿੱਖ ਵਾਸਤੇ ਉਚਾਰਨ ਕੀਤੀ, ਬਾਬਿਆਂ ਲਈ ਥੋੜਾ, ਸਾਰੀ ਮਨੁੱਖਤਾ ਵਾਸਤੇ ਹੈ। ਜੇ ਸਮਝ ਹੀ ਨਹੀਂ ਸੀ ਆਉਣੀ ਤੇ ਗੁਰੂ ਜੀ ਨੇ ਉਚਾਰਨ ਕਿਉਂ ਸੀ? ਠੀਕ ਹੈ, ਬਹੁਤ ਸਾਰੇ ਕੁਝ ਐਸੇ ਸ਼ਬਦ ਨੇ, ਵਰਡਿੰਗ ਹੈ ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਹੁੰਦਾ, ਤਾਂ ਅਸੀਂ ਉਹ ਪੜ੍ਹ ਸਕਦੇ ਹਾਂ, ਉਹਦਾ ਅਰਥ ਵੇਖ ਸਕਦੇ ਹਾਂ। ਟੀਕੇ ਨੇ, ਮਹਾਨ ਕੋਸ਼ ਹੈ, ਭਾਈ ਸਾਹਿਬ ਸਿੰਘ ਦਾ ਟੀਕਾ ਹੈ, ਹੋਰ ਡਿਕਸ਼ਨਰੀ ਹੈ, ਗੂਗਲ ਤੇ ਅਸੀਂ ਸਰਚ ਕਰ ਸਕਦੇ ਹਾਂ, ਤਾਂ ਅਸੀਂ ਸਮਝ ਸਕਦੇ ਹਾਂ, ਅਸੀਂ ਬਾਣੀ ਅਨੁਸਾਰ ਜੀ ਸਕਦੇ ਹਾਂ। ਗੁਰੂ ਜੀ ਨੇ ਜੀਣ ਵਾਸਤੇ ਉਚਾਰਨ ਕੀਤੀ ਹੈ। ਤਾਂ ਜੇ ਅਸੀਂ ਆਨੰਦਮਈ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਤਾਂ ਅੱਜ ਦੀਆਂ ਇਹਨਾਂ 2 ਪੌੜੀਆਂ ਵਿੱਚ ਗੁਰੂ ਜੀ ਨੇ ਸਾਨੂੰ ਵੇਖਣ ਦਾ ਔਰ ਸੁਣਨ ਦਾ ਨਜ਼ਰੀਆ ਦਿੱਤਾ ਹੈ। ਜੇ ਗੁਰੂ ਅਮਰਦਾਸ ਜੀ ਦਾ ਦਿੱਤਾ ਹੋਇਆ ਇਹ ਨਜ਼ਰੀਆ ਅਪਣਾ ਲਓਗੇ ਤਾਂ ਤੁਹਾਨੂੰ ਇਹ ਸੰਸਾਰ ਦਿਸਦਾ ਰੱਬ ਦਾ ਰੂਪ ਨਜ਼ਰੀ ਪਵੇਗਾ, ਔਰ ਇਹੀ ਰੱਬ ਹੈ, ਮਨੁੱਖ ਵਿੱਚ ਹੀ ਰੱਬ ਹੈ, ਤੁਹਾਡਾ ਆਪਣਾ ਆਪਾ ਰੱਬ ਦਾ ਰੂਪ ਹੈ। ਨਜ਼ਰੀਆ ਬਦਲਣਾ ਹੈ, ਕੰਨਾਂ ਦੇ ਨਾਲ ਸੁਣਨ ਦਾ ਨਜ਼ਰੀਆ ਬਦਲਣਾ ਹੈ, ਸੱਚ ਸੁਣਨਾ ਹੈ। ਜਦੋਂ ਅਸੀਂ ਇਹ ਨਜ਼ਰੀਆ ਬਣਾ ਲਵਾਂਗੇ ਤਾਂ ਸਾਡੇ ਦੁੱਖ ਵੀ ਦਾਰੂ ਬਣ ਜਾਣਗੇ, ਤੇ ਜੇ ਸਾਡਾ ਨਜ਼ਰੀਆ ਗਲਤ ਹੋਇਆ ਤੇ ਸਾਡੇ ਸੁੱਖ ਵੀ ਰੋਗ ਬਣ ਜਾਣਗੇ। ਅੱਜ ਮੈਂ ਇੱਥੇ ਸਮਾਪਤੀ ਕਰਦਾ। ਅੱਜ ਦੀਆਂ ਇਹਨਾਂ 2 ਪੌੜੀਆਂ ਦੇ ਵਿੱਚ ਜੋ ਆਪਾਂ ਵਿਚਾਰ ਕੀਤੀ ਹੈ, ਇਹਦੇ ਬਾਰੇ ਜੇ ਕਿਸੇ ਵੀਰ ਭੈਣ ਨੇ ਸਵਾਲ ਕਰਨਾ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ। ਆਪਣੇ ਵਿਊਜ਼ ਦੇਣੇ ਚਾਹੋ ਤਾਂ ਆਪਣੇ ਵਿਊਜ਼ ਦੇ ਸਕਦੇ ਹੋ। ਕੱਲ ਨੂੰ ਅਸੀਂ ਟਰਾਈ ਕਰਾਂਗੇ ਕਿ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਕੱਲ ਨੂੰ ਸੰਪੂਰਨਤਾ ਹੋ ਜਾਏਗੀ, ਔਰ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਅਸੀਂ ਕੀ ਸਿੱਖਿਆ, ਅਸੀਂ ਆਪਣਾ ਨਜ਼ਰੀਆ ਕੈਸਾ ਬਦਲਿਆ ਹੈ, ਇਹਦੇ ਬਾਰੇ ਆਪ ਵਿਚਾਰ ਜ਼ਰੂਰ ਦੇਣ ਦੀ ਕਿਰਪਾਲਤਾ ਕਰਨੀ। ਕਿ ਸਾਡੀ ਜ਼ਿੰਦਗੀ ਵਿੱਚ ਚੇਂਜਿੰਗ ਆਉਣੀ ਚਾਹੀਦੀ ਹੈ ਨਾ, ਸਾਡੇ ਜੀਵਨ ਵਿੱਚ ਆਨੰਦ ਆਉਣਾ ਚਾਹੀਦਾ ਹੈ। ਕੀ ਇਹ ਪਾਵਨ ਬਾਣੀ ਸੁਣਨ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਆਨੰਦ ਬਣੇਗਾ? ਕੀ ਅਸੀਂ ਆਨੰਦ ਦੀ ਪ੍ਰਾਪਤੀ ਕਰਾਂਗੇ, ਜਾਂ ਕਿਸ ਤਰ੍ਹਾਂ ਕੀ ਸਾਡੇ ਵਿਚਾਰ ਨੇ, ਉਹ ਅਸੀਂ ਵਿਚਾਰ ਕੱਲ ਨੂੰ ਕਰਨ ਦਾ ਯਤਨ ਕਰਾਂਗੇ। ਅੱਜ ਇਹਨਾਂ 2 ਪੌੜੀਆਂ ਦੇ ਵਿੱਚ ਜੋ ਆਪਨੇ ਸਰਵਣ ਕੀਤਾ ਹੈ, ਜੇ ਕਿਸੇ ਵੀਰ ਭੈਣ ਦਾ ਸਵਾਲ ਹੈ ਤਾਂ ਸਵਾਲ ਕਰ ਸਕਦੇ ਹੋ, ਆਪਣੇ ਵਿਊਜ਼ ਦੇਣਾ ਚਾਹੋ ਤਾਂ ਉਹ ਦੇ ਸਕਦੇ ਹੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਦੀਆਂ 2 ਪੌੜੀਆਂ ਆਪਾਂ ਸਾਰਿਆਂ ਨੇ ਸੁਣ ਲਈਆਂ ਜੀ, 36 ਤੇ 37, ਜਿਹਦੇ ਵਿੱਚ ਸਾਡੇ ਕੰਨਾਂ ਨੂੰ ਤੇ ਸਾਡੇ ਜਿਹੜੀ ਨੇਤਰ ਆ ਉਹਨਾਂ ਵਾਸਤੇ ਜਿਹੜੀ ਹਦਾਇਤ ਦਿੱਤੀ ਗਈ ਹੈ ਉਹ ਸਾਰਿਆਂ ਨੇ ਆਪਾਂ ਸਮਝ ਲਈ ਹੈ ਜੀ। ਜਿੱਦਾਂ ਹਮੇਸ਼ਾ ਦੀ ਤਰ੍ਹਾਂ ਬੇਨਤੀ ਕਰਦੇ ਹੁੰਦੇ ਹਾਂ ਕਿ ਤੁਸੀਂ ਆਪਣਾ ਕੋਈ ਵਿਚਾਰ ਦੇਣਾ ਤਾਂ ਅਨਮਿਊਟ ਹੋ ਜਾਓ ਹੁਣੇ, ਤਾਂ ਕਿ ਅਸੀਂ ਉਹਨਾਂ ਨੂੰ ਗਿਆਨੀ ਜੀ ਨੂੰ ਪੁੱਛ ਸਕੀਏ। ਜੇ ਤੁਸੀਂ ਕੋਈ ਵਿਚਾਰ ਦੇਣੇ ਆ ਤਾਂ ਉਹ ਵੀ, ਤੇ ਜੇ ਕੋਈ ਸਵਾਲ ਪੁੱਛਣਾ ਉਹ ਵੀ। ਤੇ ਸਾਡੇ ਨਾਲ ਸਤਨਾਮ ਸਿੰਘ ਨਾਗਰਾ ਜੀ, ਉਹ ਅਨਮਿਊਟ ਹੋਏ ਆ। ਹੋਰ ਵੀ ਕਿਸੇ ਨੇ ਕੋਈ ਪੁੱਛਣਾ ਕਿਸੇ ਹੈ ਤਾਂ ਤੁਸੀਂ ਅਨਮਿਊਟ ਹੋ ਜਾਓ। ਥੈਂਕ ਯੂ ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗਿਆਨੀ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਦਾ। ਬਹੁਤ ਹੀ ਸੋਹਣੇ ਤਰੀਕੇ ਨਾਲ ਆਪਣੇ ਆਨੰਦ ਸਾਹਿਬ ਦੀ 37ਵੀਂ ਪੌੜੀ ਕੀਤੀ ਹੈ। ਮੇਰਾ ਇੱਕ ਕੁਐਸਚਨ ਹੈ ਜੀ, ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਇਹ ਜਿਹੜਾ ਵਿਸ਼ਾਲ ਸੰਸਾਰ ਆ, ਇਹਦੇ ਵਿੱਚ ਨਾਸਤਿਕ ਤੇ ਆਸਤਿਕ ਲੋਕ ਰਹਿੰਦੇ ਹਨ। ਆਸਤਿਕ ਨੂੰ ਤਾਂ ਆਪਾਂ ਹਰ ਕਾ ਰੂਪ ਕਹਿ ਸਕਦੇ, ਨਾਸਤਿਕ ਨੂੰ ਕਿੱਦਾਂ ਆਪਾਂ ਹਰ ਕਾ ਰੂਪ ਕਵਾਂਗੇ ਜੀ? ਹਾਂ ਵੀਰ ਜੀ, ਹੈ ਉਹ ਵੀ ਹਰ ਦਾ ਰੂਪ ਹੀ ਹੈ, ਕਿਉਂਕਿ ਉਹਦੇ ਵਿੱਚ ਸ਼ੁਭ ਗੁਣ ਤਾਂ ਮੌਜੂਦ ਨੇ, ਤੇ ਉਹ ਜਿਹੜੇ ਗੁਣ ਨੇ ਉਹੀ ਰੱਬ ਦਾ ਰੂਪ ਹੈ। ਤੇ ਅਸੀਂ ਉਹਨਾਂ ਗੁਣਾਂ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਜਿਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਕਿ ਉਹਦੇ ਵਿੱਚ ਗੁਣ ਨਹੀਂ ਹੈ, ਗੁਣ ਤਾਂ ਉਹਦੇ ਵਿੱਚ ਮੌਜੂਦ ਨੇ। ਤੇ ਉਹ ਜਿਹੜੀ ਪ੍ਰਾਣ ਸੱਤਿਆ ਹੈ, ਅੰਦਰ ਹਰ ਇੱਕ ਚੀਜ਼ ਦੇ ਵਿੱਚ ਐਨਰਜੀ ਹੈ, ਉਹਦੇ ਤੋਂ ਉਹ ਇਨਕਾਰੀ ਨਹੀਂ ਹੋ ਸਕਦਾ। ਜਿਹੜੇ ਨਾਸਤਕ ਵੀਰ ਨੇ, ਜਿਹੜੇ ਕਹਿੰਦੇ ਨੇ ਰੱਬ ਨਹੀਂ ਹੈ, ਉਹਦਾ ਚੱਕਰ ਇਹ ਹੈਗਾ ਕਿ
ਜਿਹੜਾ ਰੱਬ ਉੱਤੇ ਵੱਖਰਾ ਮੰਨਿਆ ਨਾ, ਦੁਨੀਆ ਤੋਂ ਵੱਖਰਾ, ਉਹਦੇ ਤੋਂ ਉਹ ਇਨਕਾਰੀ ਨੇ। ਤੇ ਉਸ ਵੱਖਰੇ ਰੱਬ ਨੂੰ ਗੁਰਮਤਿ ਵੀ ਨਹੀਂ ਮੰਨਦੀ ਕਿ ਉੱਤੇ 7ਵੇਂ 8ਵੇਂ ਅਸਮਾਨ ਦੇ ਵਿੱਚ ਕੋਈ ਰੱਬ ਬੈਠਾ। ਉਹ ਰੱਬ ਹੈ ਵੀ ਨਹੀਂ ਹੈ। ਰੱਬ ਆ ਸਾਰਾ ਕੁਛ ਉਹਦੇ ਸਿਰ ਰੱਬ ਦਾ ਰੂਪ ਹੈ। ਜਦੋਂ ਅਸੀਂ ਇਸ ਤਰ੍ਹਾਂ ਸਮਝਾਵਾਂਗੇ ਤਾਂ ਸਮਝ ਜਾਣਗੇ। ਬਾਕੀ ਜੇ ਕੋਈ ਹੋਂਦ ਨੂੰ ਨਹੀਂ ਵੀ ਮੰਨਦਾ ਤਾਂ ਜੋ ਸਾਡੀ ਮਨੌਤ ਹੈ ਜਾਂ ਗੁਰੂ ਨਾਨਕ ਦੇਵ ਜੀ ਦਾ ਜੋ ਨਜ਼ਰੀਆ ਹੈ ਕਿ ਉਹ ਗੁਣ ਹੀ ਰੱਬ ਨੇ, ਤਾਂ ਗੁਣ ਤਾਂ ਉਹਦੇ ਵਿੱਚ ਵੀ ਹੈ। ਜਿਵੇਂ ਮੇਰੇ ਵਿੱਚ ਗੁਣ ਤਾਂ ਹੈ ਨੇ, ਪਰ ਮੈਂ ਉਹਨਾਂ ਨੂੰ ਯੂਜ਼ ਨਹੀਂ ਕਰ ਰਿਹਾ, ਤਾਂ ਇੱਕ ਵੱਖਰਾ। ਇੱਕ ਹੋਰ ਜੀ, ਜਿਹੜੇ ਇਹ ਸਰਬਨੋਂ ਮੇਰੇ ਉਹ ਸਾਚੇ ਸੁਣਨੇ ਨੌ ਪਠਾਏ। ਨੌ ਪਠਾਏ ਇਹ ਕਿਹੜੀ ਬੋਲੀ ਹੈ, ਕਿਹੜੀ ਲੈਂਗੁਏਜ? ਪੋਠੋਹਾਰੀ ਜਾਂ ਗੁਰਮੁਖੀ ਲਿਪੀ, ਜਾਂ ਇਹਦਾ ਮੀਨਿੰਗ ਕੀ? ਨੌ ਦਾ ਮਤਲਬ ਲਈ ਹੈ, ਜਿਵੇਂ ਮੇਰੇ ਖਿਆਲ ਚ ਇਹਨੂੰ ਲਹਿੰਦੀ ਪੰਜਾਬੀ ਅਸੀਂ ਕਹਿ ਸਕਦੇ ਹਾਂ ਸ਼ਾਇਦ। ਠੀਕ ਹੈ। ਤੇ ਨੌ ਦਾ ਮਤਲਬ ਲਈ ਸੱਚ ਸੁਣਨੇ, ਨੌ ਦਾ ਮਤਲਬ ਕਿ ਸੱਚ ਸੁਣਨ ਲਈ। ਪਠਾਏ ਦਾ ਮਤਲਬ ਕੱਲੇ ਨੇ, ਪਠਾਏ ਦਾ ਮਤਲਬ ਲਾਏ ਨੇ, ਤੁਹਾਨੂੰ ਕੰਨਾਂ ਦੇ ਨਾਲ ਜਿਹੜੇ ਲੱਗੇ ਹੋ ਤੁਸੀਂ। ਤਾਂ ਇਹਦਾ ਅੰਤਰੀ ਭਾਵ ਲੈਣਾ ਕਿ ਇਹ ਕੰਨੋਂ ਤੁਸੀਂ ਜੋ ਸਰੀਰ ਦੇ ਨਾਲ ਹੋ, ਤਾਂ ਤੁਹਾਡਾ ਫੰਕਸ਼ਨ ਸੱਚ ਸੁਣ। ਥੈਂਕ ਯੂ ਜੀ। ਧੰਨਵਾਦ। ਧੰਨਵਾਦ ਜੀ। ਧੰਨਵਾਦ ਜੀ ਸਤਨਾਮ ਸਿੰਘ ਜੀ ਤੁਹਾਡਾ, ਤੇ ਧੰਨਵਾਦ ਗਿਆਨੀ ਜੀ ਦਾ ਜੀ। ਹੋਰ ਕੋਈ ਸਾਡੇ ਨਾਲ ਅਨਮਿਊਟ ਨਹੀਂ ਹੈਗਾ ਜੀ ਇਸ ਵੇਲੇ? ਜੇ ਹੈ ਕਰਨਾ ਤਾਂ ਇੱਕਦਮ ਕਰ ਲਿਓ ਜੀ, ਤਾਂ ਨਹੀਂ ਤਾਂ ਫਿਰ ਆਪਾਂ ਸਮਾਪਤੀ ਕਰੀਏ। ਅਸੀਂ ਅਰਵਿੰਦਰ ਸਿੰਘ ਜੀ ਮਹਿੰਦਰਾ। ਹਾਂਜੀ ਗਿਆਨੀ, ਥੋੜਾ ਜਿਹਾ ਅੱਜ ਦੇ ਸਬਜੈਕਟ ਤੋਂ ਥੋੜਾ ਹਟ ਕੇ ਉਦਾਂ ਚਲੋ। ਆਪਾਂ ਇਹ ਤਾਂ ਦੇਖ ਹੀ ਲਿਆ ਕਿ ਤੁਸੀਂ ਦੱਸ ਹੀ ਦਿੱਤਾ ਜਿਹੜੀ ਹੈਗੀ ਡੈਫੀਨੇਸ਼ਨ ਕਿ ਧਰਮ ਕੀ ਹੈ। ਹਾਂਜੀ। ਤੇ ਦੂਸਰਾ ਮੈਂ ਪੁੱਛਣਾ ਸੀ ਕਿ ਮਜ਼ਹਬ ਕੀ ਹੁੰਦਾ ਸੀ? ਧਰਮ ਦਾ ਚਲੋ ਆਪਾਂ ਨੂੰ ਪਤਾ, ਫਿਰ ਮਜ਼ਹਬ ਦਾ ਕੀ ਫਰਕ ਕੀ ਹੁੰਦਾ? ਮਜ਼ਹਬ ਜਿਹੜਾ ਮਜ਼ਹਬ ਵੀਰ ਜੀ, ਕੁਛ ਅਸੀਂ ਇਹ ਕਹਿ ਸਕਦੇ ਹਾਂ ਕਿ ਮਜ਼ਹਬ ਜਿਹੜਾ ਬੰਦੇ ਦੀ ਬਣਾਈ ਹੋਈ ਮਰਿਆਦਾ ਦੇ ਦਾਇਰੇ ਦੇ ਅੰਦਰ ਬੱਝੇ ਹੋਏ ਕੁਛ ਨਿਯਮਾਂ ਨੂੰ ਅਸੀਂ ਮਜ਼ਹਬ ਕਹਿ ਸਕਦੇ ਹਾਂ। ਮਜ਼ਹਬ ਰਿਲੀਜਨ ਨੂੰ ਮਜ਼ਹਬ ਹੀ ਕਹਿ ਦਿੰਦੇ ਨੇ, ਤੇ ਉਹ ਕਿਸੇ ਦਾਇਰੇ ਦੇ ਵਿੱਚ ਬੱਧਾ ਹੁੰਦਾ। ਉਹਦੇ ਕੁਛ ਕਾਇਦੇ ਕਾਨੂੰਨ ਕਰਮ ਕਾਂਡ ਹੁੰਦੇ ਨੇ ਕਿ ਇਹ ਕੰਮ ਅਸੀਂ ਕਰਨੇ ਨੇ, ਉਹਨੂੰ ਅਸੀਂ ਮਜ਼ਹਬ ਕਹਿ ਦਿੰਦੇ ਹਾਂ। ਲੇਕਿਨ ਜਿਹੜਾ ਧਰਮ ਹੈ ਉਹ ਫਰਜ਼ ਨੇ। ਅੱਛਾ, ਠੀਕ। ਧਰਮ ਹੈਗਾ ਕਿ ਤੁਹਾਡੇ ਫਰਜ਼ ਕੀ ਨੇ। ਜਿਵੇਂ ਸੱਚ ਨੂੰ ਬੇਸ ਬਣਾ ਕੇ ਤੁਸੀਂ ਹੁਣ ਮੰਨ ਲਓ ਮੈਂ ਤੁਹਾਡੀ ਅਰਵਿੰਦਰ ਸਿੰਘ ਜੀ ਦੀ ਕੱਲੀ ਤੁਹਾਡੇ ਡਾਇਰੈਕਟ ਗੱਲ ਪਰਸਨਲ ਤੁਹਾਡੀ ਕਰਾਂ, ਤਾਂ ਜੇ ਤੇ ਤੁਸੀਂ ਮਜ਼ਹਬ ਨੂੰ ਮੰਨਦੇ ਹੋ ਤੇ ਫਿਰ ਤੁਹਾਡਾ ਇੰਨਾ ਕੁ ਫਰਜ਼ ਹੈਗਾ ਵੀ ਤੁਸੀਂ ਤੀਰਥ ਤੇ ਨਾ ਆਓ, ਜਾਂ ਮੰਦਿਰ ਮਸੀਤ ਗੁਰਦੁਆਰੇ ਜਿੱਥੇ ਵੀ ਜਾਂਦੇ ਹੋ ਮੱਥਾ ਟੇਕ ਲਓ, ਨਿਤਨੇਮ ਕਰ ਲਓ, ਜਾਂ ਜੋ ਵੀ ਤੁਹਾਨੂੰ ਕਰਮ ਦਿੱਤੇ ਗਏ ਨੇ, ਤੁਹਾਡਾ ਉਹ ਤਾਂ ਜਿਹੜਾ ਮਜ਼ਹਬ ਦਾ ਕੰਮ ਸੀ ਉਹ ਤੇ ਨਿਭ ਗਿਆ। ਲੇਕਿਨ ਜੋ ਧਰਮ ਸਾਨੂੰ ਸਿਖਾਉਂਦਾ ਹੈ ਉਹ ਫਰਜ਼ ਸਿਖਾਉਂਦਾ ਹੈ। ਜਿਵੇਂ ਸਰਦਾਰ ਅਰਵਿੰਦਰ ਸਿੰਘ ਜੀ ਨੇ, ਤਾਂ ਅਰਵਿੰਦਰ ਸਿੰਘ ਇਕੱਲਾ ਅਰਵਿੰਦਰ ਸਿੰਘ ਨਹੀਂ, ਇਹ ਕਿਸੇ ਦਾ ਬੇਟਾ ਵੀ ਹੈ, ਕਿਸੇ ਦਾ ਪਿਓ ਵੀ ਹੈ, ਕਿਸੇ ਦਾ ਜੀਜਾ, ਕਿਸੇ ਦਾ ਸਾਲਾ, ਕਿਸੇ ਦਾ ਮਾਮਾ, ਕਿਸੇ ਦਾ ਭਣੇਵਾ, ਕਿਸੇ ਦਾ ਚਾਚਾ, ਕਿਸੇ ਦਾ ਭਤੀਜਾ, ਕਿਸੇ ਦਾ ਭਰਾ, ਕਿਸੇ ਦਾ ਪਤੀ। ਇੰਨੇ ਰਿਸ਼ਤੇ ਨੇ। ਤਾਂ ਸੱਚ ਨੂੰ ਬੇਸ ਬਣਾ ਕੇ ਇਹਨਾਂ ਰਿਸ਼ਤਿਆਂ ਦੇ ਫਰਜ਼ਾਂ ਨੂੰ ਨਿਭਾਉਣਾ ਧਰਮ ਹੈ। ਔਰ ਫਿਰ ਇਹ ਧਰਮ ਰਿਸ਼ਤਿਆਂ ਤੱਕ ਸੀਮਿਤ ਨਹੀਂ। ਜਿੱਡਾ ਵੱਡਾ ਯੂਨੀਵਰਸ ਹੈ ਓਡੇ ਵੱਡੇ ਹੀ ਫਰਜ਼ ਨੇ। ਧਰਤੀ ਲਈ, ਆਪਣੇ ਹਵਾ ਲਈ, ਪਾਣੀ ਲਈ, ਜੀਵ ਜਨਤਾ ਲਈ, ਮਨੁੱਖ ਮਾਤਰ ਵਾਸਤੇ ਤੁਹਾਡੇ ਕੀ ਫਰਜ਼ ਨੇ। ਧਰਮ ਵਿਸ਼ਾਲ ਹੈ। ਧਰਮ ਜਿੱਡਾ ਯੂਨੀਵਰਸ ਹੈ ਓਨੇ ਹੀ ਤੁਹਾਡੇ ਫਰਜ਼ ਨੇ। ਪਰ ਜਿਹੜਾ ਮਜ਼ਹਬ ਹੈ ਨਾ, ਉਹ ਤੁਹਾਨੂੰ ਕੁਛ ਕਰਮ ਕਾਂਡ ਦੱਸਦਾ ਵੀ ਮੱਥਾ ਟੇਕ ਲਓ, ਪੂਜਾ ਕਰ ਲਓ, ਉਹਨੂੰ ਅਸੀਂ ਮਜ਼ਹਬ ਕਹਿੰਦੇ। ਇੰਨਾ ਜਿੰਨਾ ਮੈਨੂੰ ਸਮਝ ਆਇਆ, ਮੈਨੂੰ ਇਸ ਢੰਗ ਨਾਲ ਸਮਝ। ਠੀਕ ਹੈ, ਹਾਂਜੀ, ਥੈਂਕ ਯੂ। ਧੰਨਵਾਦ ਜੀ ਅਰਵਿੰਦਰ। ਹਾਂਜੀ, ਠੀਕ ਹੈ ਜੀ, ਧੰਨਵਾਦ ਜੀ ਅਰਵਿੰਦਰ ਸਿੰਘ ਜੀ। ਤੇ ਠੀਕ ਹੈ ਜੀ, ਆਪਾਂ ਇੱਥੇ ਬੱਸ ਕਰਦੇ ਹਾਂ ਕਿਉਂਕਿ ਹੋਰ ਕੋਈ ਅਨਮਿਊਟ ਨਹੀਂ ਹੈਗਾ। ਤੇ ਆਪਾਂ ਸੋਮਵਾਰ ਨੂੰ ਫੇਰ ਮੁੜ ਕੇ ਆਵਾਂਗੇ ਜੀ। ਸੋਮਵਾਰ ਨੂੰ 2 ਵਜੇ ਮੁੜ ਕੇ ਇੱਥੇ ਆਵਾਂਗੇ ਜੀ। ਕੱਲ ਨੂੰ ਹੈਗਾ ਐਤਵਾਰ, ਤੇ ਕੱਲ ਨੂੰ ਆਪਾਂ ਛੁੱਟੀ ਮਨਾ ਲਈਏ ਤੇ ਸੋਮਵਾਰ ਨੂੰ ਮੁੜ ਕੇ ਆਈਏ। 2 ਵਜੇ ਤਾਈਂ ਛੁੱਟੀਆਂ ਲਓ। ਲਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ।